ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। श्री राग महला पंजवां। तिचर वसै सुहेलड़ी जिचर साथी नाल जां साथी उठी चलिया तां धन खाकूराल। मन बैराग भया दर्शना देखने का चाऊ तन सो तेरा थान। मन बैराग भया दर्शना देखने का चाऊ धन सो तेरा थान रहाओ। जिचर वसया कंत घर जियो जियो सब कहात। जां उठी चलसी कंतड़ा तां कोई न पुछै तेरी बात। गुर मिल चज अचार सिख तुद कदे न लगै दुख। पेयड़ै सै सेव तू सहरड़ै सुख वस। गुर मिल चज अचार सिख तुद कदे न लगै दुख। सबना सौरह वंजाना सब मुकलावनहार। नानक धन सुहागणी जिन शह नाल प्यार। सबना सौरह वंजाना सब मुकलावनहार। नानक धन सुहागणी जिन शह नाल प्यार। परम सन्मान योग गुरु प्यारी साध संगत जीओ, सतगुरु जी की पावन गोद विच बैठ के सतगुरु की पावन बाणी का पाठ अरदास मुख वाक हुक्मनामा आपां सारिਆਂ ने बड़े प्यार नाल सरवण कीता है। गुरदेव जी की गोद विच बैठ के समुचे परिवार वालों सत्कारयोग भाई भाग सिंह जी अते माता नक्षत्र कौर जी तिन्हां दी याद नूं ताज़ा करदे होया अज दा ये समागम गुरु की गोद विच परिवार ने संगतां दे सहयोग नाल उलीकिया है, जिस विच आप जी अपनी रजेवियां भरी जिंदगी विचों समा कढ़ के सतगुर की गोद विच बहुत प्यार नाल जुड़ के बैठे हो। आओ कुछ समा गुरमत गुरु शब्द दीयां विचारां नाल सांझ पाईए। विचारां दी आरंभता करन तो पहलां बड़े अदब नाल सारी संगत फतेह प्रवान करो जी। वाहिगुरू जी का खालसा वाहिगुरू जी की फतेह। सतगुरु जी धन गुरु पंजवें पातशाह महाराज जी का पावन वाक जिसका आपां सारिਆਂ ने बड़े प्यार नाल पाठ सरवण किया है। ये पावन शब्द गुरु ग्रंथ साहिब जी का जो पहला राग है, प्रथम राग है, श्री राग दे विच उचारण किया होया गुरु ग्रंथ साहिब जी के पावन अंक 50 के उपर सुभाईमान है। गुरुदेव जी ने इस पावन शब्द विच बहुत प्यारी विचार बख्शिश की है। तिचर वसें सुहेलड़ी जिचर साथी नाल। ਜਿਹੜੇ ਤੁਹਾਡੇ ਚੋਂ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪ ਆਪਣੇ ਲਈ ਕਦੀ ਗੁਰਬਾਣੀ ਪੜ੍ਹ ਕੇ ਵੇਖੀ ਹੈ, ਉਹਨਾਂ ਨੂੰ ਇਹ ਗੱਲ ਛੇਤੀ ਸਮਝ ਵਿੱਚ ਆਏਗੀ।
ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਆਪਣੇ ਲਈ ਆਪ ਬਾਣੀ ਪੜ੍ਹ ਕੇ ਨਹੀਂ ਵੇਖੀ, ਜਿਵੇਂ ਅਸੀਂ ਰੋਟੀ ਆਪਣੇ ਲਈ ਖਾਂਦੇ ਹਾਂ, ਇਸ਼ਨਾਨ ਆਪਣੇ ਲਈ ਕਰਦੇ ਹਾਂ, ਇੱਦਾਂ ਹੀ ਗੁਰਬਾਣੀ ਵੀ ਜਿਹੜੀ ਹੈ ਅਸੀਂ ਆਪਣੇ ਲਈ ਖੁਦ ਆਪ ਪੜ੍ਹਨੀ ਹੈ। ਨਹੀਂ ਪੜ੍ਹ ਸਕਦੇ ਤਾਂ ਕਿਸੇ ਕੋਲੋਂ ਸੁਣਨੀ ਹੈ। ਹੁਣ ਮੰਨ ਲਓ ਜਿਸ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ, ਉਹ ਸੁਣ ਤਾਂ ਸਕਦਾ ਹੈ ਨਾ, ਉਹਦੇ ਕੋਲ ਮਾਲਕ ਨੇ 2 ਕੰਨ ਬਖਸ਼ਿਸ਼ ਕੀਤੇ ਹੋਏ ਨੇ, ਉਹਨਾਂ ਕੰਨਾਂ ਰਾਹੀਂ ਕੋਈ ਉਹਦੇ ਕੋਲ ਗੁਰੂ ਦੀ ਗੱਲ ਕਰੇ ਤਾਂ ਉਹ ਧਿਆਨ ਨਾਲ ਗੱਲ ਸੁਣ ਸਕਦਾ ਹੈ। ਹੁਣ ਸਤਿਗੁਰ ਨੇ ਬਹੁਤ ਪਿਆਰੀ ਵਿਚਾਰ ਦਿੱਤੀ ਹੈ ਵੀ ਆਹ ਜਿਹੜਾ ਸਰੀਰ ਹੈ ਇਹ ਉਦੋਂ ਤੱਕ ਸੁਖੀ ਵਸਦਾ ਹੈ ਜਦੋਂ ਤੱਕ ਇਹਦੇ ਵਿੱਚ ਉਹ ਕੰਤ ਵਸਦਾ ਹੈ, ਮਾਲਕ ਵਸਦਾ ਹੈ। ਹੁਣ ਬੰਦਾ ਉਹੀ ਹੁੰਦਾ ਹੈ, ਸਾਰੇ ਪਰਿਵਾਰ ਦਾ ਭਾਰ ਚੁੱਕੀ ਫਿਰਦਾ ਹੈ, ਸਾਰੇ ਟੱਬਰ ਦੀਆਂ ਜ਼ਿੰਮੇਵਾਰੀਆਂ ਉਹਦੇ ਸਿਰ 'ਤੇ ਹੁੰਦੀਆਂ ਨੇ, ਪਰ ਇੱਕ ਵਕਤ ਆਉਂਦਾ ਜਦੋਂ ਉਹਨੂੰ ਬੰਦਿਆਂ ਦੀ ਲੋੜ ਪੈਂਦੀ ਹੈ। ਹੁਣ ਤੁਸੀਂ ਕਾਰ 'ਤੇ ਜਾ ਰਹੇ ਹੋ, ਕਾਰ ਦੇ ਟਾਇਰ ਵਿੱਚ ਹਵਾ ਹੈ ਅਤੇ ਉਸ ਪਰਿਵਾਰ ਦੇ 5 ਜੀ ਕਾਰ ਵਿੱਚ ਬੈਠੇ ਨੇ ਅਤੇ ਸਾਰਿਆਂ ਦਾ ਭਾਰ ਖਿੱਚ ਕੇ ਲੈ ਕੇ ਜਾ ਰਹੀ, ਪਰ ਜੇ ਇੱਕ ਟਾਇਰ 'ਚੋਂ ਹਵਾ ਨਿਕਲ ਜਾਏ ਨਾ, 1 ਇੰਚ ਵੀ ਅੱਗੇ ਗੱਡੀ ਨਹੀਂ ਤੁਰਦੀ। ਆਪਾਂ ਕਹਿੰਦੇ ਵੀ ਜਦੋਂ ਦਵਾ ਦਵਾ ਦੀ ਸਟੱਪਣੀ ਚੇਂਜ ਕਰੋ ਭਾਈ। ਕਦੀ ਨੋਟ ਕੀਤਾ ਬੰਦੇ ਨਾਲ ਵੀ ਤਾਂ ਇੰਝ ਹੀ ਹੈ, ਬੰਦੇ ਵਿੱਚ ਵੀ ਤਾਂ ਹਵਾ ਹੀ ਹੈ। ਸਵਾਸ ਆ ਗਿਆ, ਹਮ ਆਦਮੀ ਹਾਂ, ਬੋਲੋ ਸਾਰੇ ਜੀ, ਹਮ ਆਦਮੀ ਹਾਂ। ਹੁਣ ਬੰਦਾ ਕਈ ਵਾਰੀ ਕਹਿੰਦਾ ਵੀ ਮੈਂ ਫਲਾਣਾ ਵਾਂ, ਬਾਣੀ ਆਂਦੀ ਤੇਰਾ ਨਾਂ ਸਿਰਫ ਇੱਕ ਦਮ ਦਾ ਹੈ, ਜੇ ਸਾਹ ਆ ਗਿਆ ਤਾਂ ਤੇਰਾ ਨਾਮ ਆ, ਜੇ ਸਾਹ ਨਾ ਆਇਆ ਤਾਂ ਤੇਰਾ ਨਾਂ ਥੋੜ੍ਹਾ ਹੈ। ਹੁਣ ਬੰਦਾ ਬਿਮਾਰ ਹੋਵੇ, ਅਸੀਂ ਹੌਸਪੀਟਲ ਲੈ ਕੇ ਜਾਂਦੇ ਹਾਂ ਇਨਸਾਨ ਨੂੰ, ਉੱਥੇ ਮਰੀਜ਼ ਦਾ ਨਾਮ ਲਿਖਾਉਂਦੇ ਅਸੀਂ ਕੋਈ ਰਿਸ਼ਤੇਦਾਰ ਮਿਲਣ ਆਉਂਦਾ ਨਾ, ਉਹ ਜਾ ਕੇ ਪੁੱਛਦਾ ਵਾ ਜੀ ਅਸੀਂ ਫਲਾਣੇ ਮਰੀਜ਼ ਨੂੰ ਮਿਲਣ ਵਾਸਤੇ ਆਏ, ਉਹਦਾ ਨਾਂ ਦੱਸਦੇ ਹਾਂ, ਉਹ ਫਿਰ ਕਮਰਾ ਨੰਬਰ ਹੌਲੀ ਹੌਲੀ ਤੁਹਾਨੂੰ ਅੱਗੇ ਤੱਕ ਫੋਨ ਕਰਦੇ ਹੋ ਤੁਸੀਂ। ਮਰੀਜ਼ ਦਾ ਵੀ ਉਦੋਂ ਤੱਕ ਨਾਮ ਹੈ ਜਦੋਂ ਤੱਕ ਉਹਦੇ ਵਿੱਚ ਸਵਾਸ ਹੈ, ਭਾਵੇਂ ਕੋਮਾ 'ਚ ਵੀ ਪਿਆ ਹੋਵੇ ਤਾਂ ਵੀ ਉਹਦਾ ਨਾਮ ਹੈ। ਪਰ ਜੇ ਪੂਰਾ ਹੋ ਜਾਏ ਫਿਰ ਤੇ ਡੈੱਡ ਬੋਡੀ ਕਹਿੰਦੇ, ਫਿਰ ਕਹਿੰਦੇ ਜੀ ਪੋਸਟਮਾਰਟਮ ਹੋਣਾ ਹੈ, ਫਿਰ ਅਸੀਂ ਥੋੜ੍ਹਾ ਕਹਿੰਦੇ ਜੀ ਉਹਦਾ ਆਹ ਫਲਾਣਾ ਨਾਮ ਹੈ। ਨਾਮ ਉਦੋਂ ਤੱਕ ਸੀ ਜਦੋਂ ਤੱਕ ਸਵਾਸ ਚੱਲਦੇ ਸੀ। ਹੁਣ ਜਿਵੇਂ ਭਾਂਡਾ ਹੈ, ਘੜਾ ਉਦੋਂ ਤੱਕ ਹੈ ਜਦੋਂ ਤੱਕ ਸਾਬਤ ਵਾ, ਟੁੱਟਣ ਤੋਂ ਬਾਅਦ ਘੜਾ ਹੈਗਾ। ਫਿਰ ਉਹਨੂੰ ਕੀ ਆਨੇ ਭਲਾ ਆਪਾਂ ਪੰਜਾਬੀ 'ਚ ਠੀਕਰੀਆਂ ਕੀ ਆਨੇ ਆ ਜੀ। ਸਾਬਤ ਇੱਟ ਹੋਵੇ ਤੇ ਅਸੀਂ ਕਹਿੰਦੇ ਇੱਟ ਵਾ, ਤੇ ਜੇ ਲੱਕ 'ਚੋਂ ਟੁੱਟ ਜਾਏ ਤੇ ਹੁਣ ਆਪਾਂ ਕਹਿੰਦੇ ਵੀ ਇੱਟ ਫੜਾਈ, ਫਿਰ ਆਪਾਂ ਉਹਦਾ ਨਾਂ ਉਦੋਂ ਤੱਕ ਜਦੋਂ ਤੱਕ ਸਾਬਤ ਵਾ। ਬੰਦੇ ਦਾ ਵੀ ਨਾਮ ਉਦੋਂ ਤੱਕ ਜਦੋਂ ਤੱਕ ਇਹਦੇ ਵਿੱਚ ਸਵਾਸ ਆ। ਜੇ ਸਵਾਸ ਨਹੀਂ ਹੈਗੇ ਤਾਂ ਫਿਰ ਇਹਨੂੰ ਬੰਦਾ ਥੋੜ੍ਹਾ ਕਿਸੇ ਨੇ ਕਹਿਣਾ। ਅੱਛਾ ਡੈਥ ਹੋਈ ਹੁੰਦੀ ਕਈ ਵਾਰੀ 4 ਘੰਟੇ ਪਹਿਲਾਂ, ਆਪਾਂ ਸੰਸਕਾਰ 2 ਦਿਨ ਬਾਅਦ। ਇੱਥੇ ਤਾਂ ਹੋਰ ਗੱਲ ਹੈ, ਵਿਦੇਸ਼ਾਂ ਵੀ ਤਾਂ ਮਹੀਨਾ ਵੀ 15 ਦਿਨ 10 ਦਿਨ ਵੇਟ ਵੀ ਕਰਾ ਲੈਂਦੇ ਆ, ਕਿਉਂਕਿ ਉੱਥੇ ਜਿੱਦਣ ਉਹਦਾ ਫਿਊਨਰਲ ਹੁੰਦਾ ਉਦਣ ਹੀ ਭੋਗ ਹੁੰਦਾ ਹੈ। ਉੱਥੇ ਜਦੋਂ ਕਿਸੇ ਦੀ ਡੈਥ ਹੁੰਦੀ ਨਾ, ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਬਾਹਰ ਹੋਣੇ ਵਿਦੇਸ਼ਾਂ 'ਚ, ਪੁੱਛ ਕੇ ਵੇਖਿਓ, ਜਦੋਂ ਕਿਸੇ ਦਾ ਕੁਛ ਪੁਰਾਣੀ ਚੜ੍ਹਾਈ ਕਰ ਜਾਂਦਾ, ਉਹ ਇਹ ਥੋੜ੍ਹਾ ਵੀ ਅੱਜ ਚੜ੍ਹਾਈ ਕੀਤਾ ਅਤੇ ਭੜ ਕੇ ਸੰਸਕਾਰ ਕਰ ਦੇਣਗੇ। ਉੱਥੇ ਰਿਸ਼ਤੇਦਾਰ ਸਾਕ ਸੰਬੰਧੀ ਕੋਈ ਕਿਸੇ ਦੇਸ਼ 'ਚੋਂ ਆਉਣਾ ਹੈ, ਕਿਸੇ ਦੇਸ਼ 'ਚੋਂ ਆਉਣਾ ਹੈ, ਇੱਦਾਂ ਦੁਪਹਿਰੇ 10 ਵਜੇ 11 ਵਜੇ ਉਹਨਾਂ ਫਿਊਨਰਲ ਹਾਲ 'ਤੇ ਉੱਥੇ ਪਹਿਲਾਂ ਸੰਸਕਾਰ ਕਰਨਾ ਹੈ, ਨਾਲ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਉਹਦੀ ਜਿਹੜੀ ਹੈ ਸਮਾਪਤੀ ਰੱਖੀ ਹੋਣੀ ਹੈ। ਉੱਥੇ 15 ਦਿਨ ਵੀ, ਮਹੀਨਾ ਵੀ, ਹਫ਼ਤਾ ਵੀ। ਇੱਥੇ ਆਪਣਾ ਸਿਸਟਮ ਹੋ ਰਿਹਾ, ਆਪਾਂ ਵੱਧ ਤੋਂ ਵੱਧ ਕੋਈ ਰਿਸ਼ਤੇਦਾਰ ਦੂਰ ਹੋਵੇ, ਸਾਕ ਸੰਬੰਧੀ ਦੂਰ ਹੋਵੇ ਅਤੇ ਆਪਾਂ ਡੀਕ ਲੈਂਦੇ ਹਾਂ, 1 ਦਿਨ ਡੀਕ ਲੈਂਦੇ ਹਾਂ, ਨਹੀਂ ਤਾਂ ਅਗਲੇ ਦਿਨ ਆਪਾਂ ਉਹਦਾ ਸੰਸਕਾਰ ਕਰ ਦਿੰਦੇ ਹਾਂ। ਬੰਦਾ ਉਹੋ ਹੀ ਹੈ ਜਿਹੜਾ ਘਰ ਵਿੱਚ ਵਿਹੜੇ 'ਚ ਲੰਮਾ ਪਿਆ, ਪਰ ਅੱਜ ਤੁਰ ਫਿਰ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੇ ਵਿੱਚ ਉਹ ਹਵਾ ਹੈ ਨਹੀਂ, ਸਵਾਸ ਹੈ ਨਹੀਂ। ਹੁਣ ਸਤਿਗੁਰ ਨੇ ਕਿੱਡਾ ਪਿਆਰਾ ਹਵਾਲਾ ਦਿੱਤਾ ਵੀ ਹਮ ਆਦਮੀ ਹਾਂ ਇੱਕ ਦਮੀ। ਤੂੰ ਦਮ ਦਾ ਆਦਮੀ ਹੈ, ਜੇ ਦਮ ਆ ਗਿਆ ਤਾਂ ਆਦਮੀ ਆ, ਜੇ ਦਮ ਨਾ ਆਇਆ ਤਾਂ ਤੂੰ ਮਾਣ ਕਰਦਾ ਵੀ ਆਹ ਘਰ ਮੇਰਾ, ਆਹ ਟਰਾਲੀਆਂ ਮੇਰੀਆਂ, ਟਰੈਕਟਰ ਮੇਰੇ ਆ, ਜ਼ਮੀਨਾਂ ਮੇਰੀਆਂ, ਜਾਇਦਾਦ ਮੇਰੀ, ਆਹ ਘਰ ਮੇਰਾ, ਇਸ ਘਰ ਤੋਂ ਬਿਨਾਂ ਤਾਂ ਮੇਰਾ ਹੀ ਨਹੀਂ ਸਕਦਾ। ਤੇਰਾ ਸਵਾਸ ਨਿਕਲਣ ਦੀ ਦੇਰ ਆ, ਤੈਨੂੰ ਦਬ ਇਸ ਘਰ 'ਚੋਂ ਅਗਲਿਆਂ ਨੇ, ਬੋਲੋ ਸਾਰੇ ਜੀ। ਆਪਾਂ ਸਾਰਿਆਂ ਨੇ ਇਸ ਲਾਈਨ 'ਚੋਂ ਲੰਘਣਾ। ਜਦੋਂ ਬੰਦਾ ਕਹਿੰਦਾ ਨਾ ਵੀ ਮੈਂ ਘਰ ਨਾ ਜਾਵਾਂ ਅਤੇ ਮੇਰੇ ਘਰਦਿਆਂ ਦਾ ਮੇਰੇ ਬਿਨਾਂ ਜੀਅ ਨਹੀਂ ਲੱਗਦਾ, ਇਹ ਸਾਡੇ ਕਹਿਣ ਵਾਸਤੇ ਗੱਲਾਂ ਠੀਕ ਨੇ। ਜਵਾਨ ਪੁੱਤ ਦੀ ਡੈਥ ਹੋਈ ਹੋਵੇ ਨਾ 20-22 ਸਾਲ ਦੀ, 1 ਸਾਲ ਬਾਅਦ ਉਸ ਪਰਿਵਾਰ ਵਿੱਚ ਹੀ ਡੀਜੇ ਵੱਜਦੇ ਹੁੰਦੇ ਨੇ। ਸਮਾਜ ਐਡੀ ਛੇਤੀ ਭੁੱਲ ਜਾਂਦਾ ਹੈ। ਜਵਾਨ ਪੁੱਤ ਦੀ ਡੈਥ ਹੋਈ ਹੋਵੇ ਨਾ 1 ਸਾਲ ਬਾਅਦ, ਉਸੇ ਪਰਿਵਾਰ ਦੇ ਵਿੱਚ ਹੀ 1 ਸਾਲ ਬਾਅਦ ਕਿਸੇ ਨੇ ਧੀ ਪੁੱਤ ਦਾ ਵਿਆਹ ਕਰਨਾ ਹੋਵੇ ਤੇ ਐਦਾਂ ਨੱਚ ਰਹੇ ਹੁੰਦੇ ਜਿਵੇਂ ਇਹਨਾਂ ਦੇ ਘਰ ਵਿੱਚ ਕਦੀ ਮੌਤ ਹੋਈ ਨਹੀਂ। ਅਸੀਂ ਇੰਨੀ ਛੇਤੀ ਭੁੱਲਦੇ ਹਾਂ ਵੀ ਵੱਡੀ ਉਮਰ ਹੋਣਾ ਬਹੁਤ ਦੂਰ ਦੀ ਗੱਲ ਹੈ।
ਕਿਤੇ 20 22 25 ਸਾਲ ਦੇ ਕਿਸੇ ਨੌਜਵਾਨ ਦੀ ਡੈਥ ਹੋਵੇ ਨਾ ਤਾਂ ਉਹ ਵੀ ਬੜੀ ਛੇਤੀ ਸਾਡਾ ਸਮਾਜ ਭੁਲਾ ਦਿੰਦਾ। ਪਰ ਸਮਾਜ ਮਾਣ ਵੇਖੋ ਕਿਵੇਂ ਕਰਦਾ ਵੀ ਜੇ ਮੈਂ ਇਹ ਨਾ ਕੀਤਾ ਤਾਂ ਐਂ ਹੋ ਜਾਏਗਾ। ਸਤਿਗੁਰ ਨੇ ਆਖਿਆ ਬੰਦਿਆ ਜਾਣਾ ਸਾਰਿਆਂ ਨੇ ਆ, ਪਰ ਕੋਈ ਚੰਗੇ ਕੰਮ ਕਰਕੇ ਦੁਨੀਆ 'ਤੇ ਜਾ, ਕੋਈ ਚੰਗਾ ਬੀਜ ਕੇ ਜਾ, ਕੋਈ ਚੰਗਾ ਕੰਮ ਕਰੇਗਾ। ਤੂੰ ਕੁਝ ਚੰਗਾ ਨਹੀਂ ਕਰ ਸਕਦਾ, ਕਿਸੇ ਨਾਲ ਚੰਗਾ ਬੋਲ ਹੀ ਪਾ। ਸਮਾਜ ਵਿੱਚ ਇਹ ਵੀ ਲੋਕ ਚੇਤਾ ਰੱਖਦੇ ਵੀ ਫਲਾਣਾ ਬੰਦਾ ਜਦੋਂ ਵੀ ਗੱਲ ਕਰਦਾ ਸੀ ਮੂੰਹ 'ਚੋਂ ਮਿਠਾਸ, ਬੜੇ ਪਿਆਰ ਨਾਲ ਬੋਲਦਾ ਸੀ। ਜ਼ਰੂਰੀ ਨਹੀਂ ਦੁਨੀਆ 'ਤੇ ਲੋਕ ਕਿਸੇ ਨੂੰ ਕੋਈ ਰੋਟੀ ਖਵਾਵੇ ਤਾਂ ਯਾਦ ਕਰਦੀ ਹੈ। ਨਾ 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 ਨਾ, ਤੁਸੀਂ ਕਿਸੇ ਨਾਲ ਚੰਗਾ ਬੋਲ ਪਾਓ, ਕਿਸੇ ਨਾਲ ਚੰਗੀ ਗੱਲਬਾਤ ਹੀ ਕਰ ਲਓ ਨਾ, ਇਹ ਵੀ ਇੱਕ ਸਮਾਜ ਦੀ ਬੜੀ ਵੱਡੀ ਸੇਵਾ ਵਾ। ਚਲੋ ਕਿਸੇ ਦੀ ਤੁਸੀਂ ਕਿਸੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ, ਕਿਸੇ ਨੂੰ ਰੋਟੀ ਖਵਾ ਦੇਣੀ, ਕਿਸੇ ਨੂੰ ਕੱਪੜੇ ਲੈ ਕੇ। ਹੁਣ ਭਗਤ ਪੂਰਨ ਸਿੰਘ ਵਰਗੇ ਉਹ ਤਾਂ ਹੈ ਹੀ ਮਹਾਨ ਪਰਉਪਕਾਰੀ ਸੀ, ਉਹਨਾਂ ਦਾ ਮੁਕਾਬਲਾ ਆਮ ਸਮਾਜ ਦੇ ਬੰਦੇ ਨੇ ਕਿੱਥੋਂ ਕਰਨਾ। ਪਰ ਜੇ ਆਮ ਸਮਾਜ ਦੀ ਆਪਾਂ ਗੱਲ ਕਰੀਏ, ਆਮ ਸਧਾਰਨ ਪਰਿਵਾਰਾਂ ਦੇ ਵਿੱਚ ਵੀ ਜਿੰਨੇ ਅਸੀਂ ਹੈਗੇ ਹਾਂ ਸਮਾਜ ਦੇ ਵਿੱਚ, ਜੇ ਅਸੀਂ ਚੰਗੇ ਕੰਮ ਕਰਨ ਦੀ ਆਦਤ ਪਈਏ ਜਿੰਨੇ, ਕਿਉਂਕਿ ਇਨਸਾਨ ਅਤੇ ਪਸ਼ੂ ਵਿੱਚ ਫਰਕ ਇਹੋ ਹੀ ਆ ਕਿ ਬੰਦਾ ਪਰਉਪਕਾਰੀ ਆ, ਬੰਦੇ ਚੰਗੇ ਕੰਮ ਕਰ ਸਕਦੇ। ਹੁਣ ਪਾਤਸ਼ਾਹ ਜੀ ਕਹਿੰਦੇ ਮਨ ਬੈਰਾਗ ਭਇਆ। ਬੈਰਾਗ ਕੀ ਹੁੰਦਾ? ਮੇਰੇ ਮਨ ਵਿੱਚ ਪਿਆਰ ਪੈਦਾ ਹੋਇਆ, ਦਰਸ਼ਨ ਦੇਖਣੇ ਕਾ ਚਾਓ। ਮਹਾਰਾਜ ਮੇਰੇ ਮਨ ਵਿੱਚ ਨਾ ਇੱਕ ਬੈਰਾਗ ਪੈਦਾ ਹੋਇਆ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਧਿਆਨ ਨਾਲ ਸੁਣਿਓ ਗੱਲ ਤਾਂ ਕਿ ਸਮਝ ਪੈ ਜਾਏ। ਕਿਉਂ ਬੈਰਾਗ ਪੈਦਾ ਹੋਇਆ? ਕਹਿੰਦੇ ਮੈਨੂੰ ਪਤਾ ਵੀ ਜਿੱਥੇ ਤੁਹਾਡਾ ਵਾਸਾ ਹੁੰਦਾ ਨਾ ਉਹ ਘਰ ਸੋਹਣਾ ਬਣ ਜਾਂਦਾ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਤੁਸੀਂ ਸੋਚ ਕੇ ਵੇਖੋ, ਜਿਸ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਨਾ ਹੋਵੇ, ਅਸੀਂ ਉਹਦੇ ਬਹਾਨੇ ਘਰ ਧੋ ਦਿੰਦੇ ਹਾਂ, ਘਰ ਸਾਫ਼ ਕਰ ਦਿੰਦੇ ਹਾਂ, ਉਹ ਕਮਰਾ ਸਾਫ਼ ਕਰਦੇ ਹਾਂ, ਕਈ ਤਾਂ ਰੰਗ ਵੀ ਕਰਾਉਂਦੇ ਆਪਣੇ ਘਰਾਂ ਨੂੰ ਵੀ ਇੰਨੇ ਬਹਾਨੇ ਮਹਾਰਾਜ ਦਾ ਪ੍ਰਕਾਸ਼ ਅਸੀਂ ਆਪਣੇ ਘਰ ਕਰਾਉਣਾ। ਸੋਚ ਕੇ ਵੇਖੋ, ਜਿਸ ਕਮਰੇ ਦੇ ਵਿੱਚ ਅਸੀਂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਜਾਣਾ, ਜੇ ਉੱਥੇ ਸਫਾਈ ਕਰਨੀ ਆ, ਅਤੇ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਟਿਕੇਗੀ, ਉੱਥੇ ਕਿੰਨੀ ਸਫਾਈ ਚਾਹੀਦੀ ਹੈ। ਉੱਥੇ ਕਿੰਨਾ ਅੰਦਰ ਦਾ ਵਾਤਾਵਰਨ ਜਿਹੜਾ ਜਿੱਥੇ ਗੰਦਗੀ ਪਈ ਹੋਈ ਹੈ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ। ਹੁਣ ਹਜ਼ੂਰ ਕਿੰਨਾ ਪਿਆਰਾ ਹਵਾਲਾ ਦੇ ਕੇ ਸਮਝਾਉਂਦੇ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਜਿਵੇਂ ਚਾਅ ਨਹੀਂ ਹੁੰਦਾ ਵੀ ਮੈਂ ਆਹ ਕੰਮ ਕਰਾਂ, ਕਹਿੰਦੇ ਮੇਰੇ ਮਨ 'ਚ ਚਾਅ ਵਾ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ। ਅਤੇ ਦਰਸ਼ਨ ਕੀ ਕਰਨੇ ਨੇ? ਪਰਮਾਤਮਾ ਇੱਦਾਂ ਸਾਡੇ ਸਾਹਮਣੇ ਬੈਠਾ ਦਿਸਦਾ ਹੈ। ਬਾਣੀ ਤੇ ਇਹ ਬਾਰ-ਬਾਰ ਕਹਿੰਦੀ ਵੀ ਰੱਬ ਨਿਰਾਕਾਰ ਹੈ, ਉਹਦਾ ਆਕਾਰ ਕੋਈ ਨਹੀਂ ਹੈ। ਬਾਣੀ ਵਿੱਚ ਬਾਰ-ਬਾਰ ਹਵਾਲੇ ਦਿੱਤੇ ਨੇ ਵੀ ਇੱਦਾਂ ਥੋੜ੍ਹਾ ਵੀ ਜਿਵੇਂ ਸਾਡੇ ਸਾਹਮਣੇ ਕੋ ਆਣ ਕੇ ਬਹਿ ਜਾਏਗਾ, ਉਹ ਤਾਂ ਪਰਮੇਸ਼ਰ ਨਿਰਾਕਾਰ ਹੈ, ਉਹਦੇ ਦਰਸ਼ਨ ਕੀ ਨੇ? ਫਿਰ ਬਾਣੀ 'ਚ ਸਮਝਣ ਦੀ ਲੋੜ ਹੈ। ਬਾਣੀ ਵਿੱਚ ਪਰਮੇਸ਼ਰ ਨੂੰ ਗੁਣ ਨਿਧਾਨ ਆਖਿਆ, ਗੁਣਾਂ ਦਾ ਖਜ਼ਾਨਾ ਆਖਿਆ, ਯਾਨੀ ਕਿ ਪਰਮੇਸ਼ਰ ਦੇ ਦਰਸ਼ਨ ਪਰਮਾਤਮਾ ਦੇ ਉਹ ਗੁਣਾਂ ਦੀ ਗੱਲ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਆਪਣੇ ਵਿੱਚੋਂ ਦੈਵੀ ਗੁਣਾਂ ਨੂੰ ਪ੍ਰਗਟ ਕਰਨਾ ਹੀ ਪਰਮੇਸ਼ਰ ਦੇ ਦਰਸ਼ਨ ਨੇ। ਧੰਨ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਪਰਮੇਸ਼ਰ ਰਹਿੰਦਾ ਕਿੱਥੇ? ਜਿਹੜੇ ਰੱਬ ਦੀ ਤੁਸੀਂ ਗੱਲ ਕਰਦੇ ਹੋ ਕਿੱਥੇ ਰਹਿੰਦਾ ਹੈ? ਅਤੇ ਧੰਨ ਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ, ਕਾਹੇ ਰੇ ਬਨ, ਪੜ੍ਹੋ ਜਿਹਨਾਂ ਨੂੰ ਬਾਣੀ ਆਉਂਦੀ ਹੈ ਜੀ, ਕਾਹੇ ਰੇ ਬਨ ਖੋਜਣ ਜਾਈ। ਕਹਿੰਦੇ ਕਿਉਂ ਬਨ ਵਿੱਚ ਬਾਹਰ ਲੱਭਣ ਜਾਈਏ? ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਪਰਮਾਤਮਾ ਸਾਰਿਆਂ 'ਚ ਨਿਵਾਸ ਕਰਦਾ ਪਰ ਹੈਗਾ ਅਲੇਪ ਹੈ। ਤੋਹੀ ਸੰਗ ਸਮਾਈ, ਤੇਰੇ ਨਾਲ ਸਮਾਇਆ ਹੋਇਆ ਹੈ। ਪੋਹਪ ਮੱਧ ਜਿਉਂ ਬਾਸ ਬਸਤ ਹੈ। ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ, ਪਰ ਅੱਜ ਤੱਕ ਕਿਸੇ ਨੇ ਫੁੱਲ ਦੀ ਸੁਗੰਧੀ ਨੂੰ ਅੱਖਾਂ ਨਾਲ ਵੇਖਿਆ ਸਾਧ ਸੰਗਤ ਜੀ? ਕਿਉਂ ਸਾਧ ਸੰਗਤ ਜੀ? ਜਿਹੜੀ ਫੁੱਲ ਦੀ ਸੁਗੰਧੀ ਹੁੰਦੀ ਆ ਉਹਨੂੰ ਕਦੀ ਆਪਾਂ ਅੱਖਾਂ ਨਾਲ ਇੱਦਾਂ ਵੇਖ ਲੈਂਦੇ ਹਾਂ? ਕੀ ਕਰੀਦਾ ਭਲਾ? ਸਿਰਫ ਮਹਿਸੂਸ ਹੁੰਦੀ ਹੈ। ਆ ਕਈਆਂ ਘਰਾਂ 'ਚ ਰਾਤ ਦੀ ਰਾਣੀ ਲੱਗੀ ਹੁੰਦੀ ਹੈ, ਜਿੱਧਰ ਨੂੰ ਹਵਾ ਜਾਂਦੀ ਉੱਧਰ ਨੂੰ ਸੁਗੰਧੀ ਜਾਂਦੀ ਹੈ। ਗੁਲਾਬ ਕਿਸੇ ਦੇ ਘਰ 'ਚ ਲੱਗਾ ਹੋਵੇ। ਹੁਣ ਜਿਹੜੀ ਫੁੱਲ ਦੀ ਸੁਗੰਧੀ ਅੱਖਾਂ ਨਾਲ ਦਿਸਦੀ ਥੋੜ੍ਹਾ, ਸਿਰਫ ਮਹਿਸੂਸ ਕੀਤੀ ਜਾਂਦੀ ਹੈ। ਪਰਮਾਤਮਾ ਮਹਿਸੂਸ ਕਰਨ ਵਾਲੀ ਗੱਲ ਹੈ। ਤੁਸੀਂ ਖੇਤਾਂ 'ਚ ਬੈਠੇ ਹੋ ਤਾਂ ਮਹਿਸੂਸ ਕਰੋ, ਮੈਂ ਇਕੱਲਾ ਥੋੜ੍ਹਾ, ਮੇਰੇ ਕੋਲ ਆ ਭਾਈ। ਤਾਂ ਆਖਿਆ ਸੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ, ਮਨ ਹਰ ਜੀ ਤੇਰਾ ਨਾਲ ਹੈ। ਤੂੰ ਇਕੱਲਾ ਥੋੜ੍ਹਾ ਹੈ। ਜੇ ਫੁੱਲ ਦੀ ਸੁਗੰਧੀ ਨੂੰ ਤੂੰ ਬਿਨਾਂ ਵੇਖਿਆ ਮਹਿਸੂਸ ਕਰ ਸਕਦਾ, ਤੇ ਪਰਮਾਤਮਾ ਨੂੰ ਮਹਿਸੂਸ ਕਰ, ਤੂੰ ਕਦੀ ਇਕੱਲਾ ਨਹੀਂ ਹੈਗਾ। ਹਰ ਵਕਤ ਉਹ ਤੇਰੇ ਨਾਲ ਵਾ, ਹਰ ਵਕਤ ਤੇਰਾ ਉਹ ਮਦਦਗਾਰ ਵਾ। ਹਜ਼ੂਰ ਇੱਥੇ ਕਿੰਨੀ ਪਿਆਰੀ ਗੱਲ ਸਮਝਾਉਂਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ, ਸਾਰਿਆਂ 'ਚ ਨਿਵਾਸ ਕਰਦਾ ਪਰ ਸਦਾ ਅਲੇਪਾ। ਅੱਛਾ, ਨਿਵਾਸ ਸਾਰਿਆਂ 'ਚ ਕਰਦਾ ਪਰ ਹੈਗਾ ਅਲੇਪ ਵਾ। ਅੱਛਾ ਵੇਖੋ, ਵਾਸਾ ਸਾਰਿਆਂ 'ਚ ਆ ਪਰ ਨਿਰਲੇਪ ਵਾ।
ਹੁਣ ਜੇ ਕੱਲ੍ਹ ਨੂੰ ਕੋਈ ਬੰਦਾ ਕੋਈ ਚੋਰੀ ਕਰਦਾ, ਕੋਈ ਬੇਈਮਾਨੀ ਕਰਦਾ, ਕੋਈ ਬੰਦਾ ਕਹੇ ਜੀ ਜਦੋਂ ਰੱਬ ਵਾਸਾ ਕਰਦਾ ਫਿਰ ਉਹਨੇ ਚੋਰੀ ਕਰਨ ਤੋਂ ਰੋਕਿਆ ਕਿਉਂ ਨਾ, ਕੋਈ ਕਹਿ ਸਕਦਾ ਨਾ। ਉਹ ਅਲੇਪ ਆ, ਉਹ ਵਿੱਚ ਰਹਿ ਕੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਪਰਮੇਸ਼ਰ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਇੱਦਾਂ ਬਣਾ ਕੇ ਇੱਦਾਂ ਕੋਈ ਮੱਠੀ ਬਣਾ ਦਿਓ, ਕੋਈ ਮੂਰਤੀ ਬਣਾ ਦਿਓ, ਤੁਸੀਂ ਲੋਕਾਂ ਨੂੰ ਕਹੋ ਜੀ ਆਹ ਰੱਬ ਵਾ, ਇਹਨੂੰ ਮੱਥਾ ਟੇਕੋ। ਕਹਿੰਦੇ ਨਾ ਨਾ ਨਾ, ਥਾਪਿਆ ਨਾ ਜਾਏ। ਹਜ਼ੂਰ ਕਹਿੰਦੇ ਨੇ ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਥਾਪਿਆ ਨਾ ਜਾਏ, ਨਾਲ ਕਹਿੰਦੇ ਕੀਤਾ ਨਾ ਹੋਏ। ਮੰਨ ਲਓ ਹੁਣ ਕੋਈ ਕੱਲ੍ਹ ਨੂੰ ਕੋਈ ਫੋਟੋ ਬਣਾ ਕਵੇ ਜੀ ਆਹ ਰੱਬ, ਇਹਨੂੰ ਮੱਥਾ ਟੇਕੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਥਾਪਿਆ ਨਾ ਜਾਏ, ਉਹ ਸਥਾਪਿਤ ਨਹੀਂ ਕੀਤਾ ਜਾ ਸਕਦਾ। ਨਾਲੇ ਵੀ ਕਹਤਾ ਕੀਤਾ ਨਾ ਹੋਏ। ਸਾਡੇ ਬਣਾਇਆ ਬਣ ਨਹੀਂ ਸਕਦਾ ਵੀ ਅਸੀਂ ਬਣਾ ਦਈਏ ਵੀ ਆਹ ਵੇਖੋ ਜੀ ਆਹ ਫੋਟੋ ਆ, ਇਹਨੂੰ ਮੱਥਾ ਟੇਕੋ ਤੁਸੀਂ, ਇਹ ਤਾਂ ਰੱਬ ਵਾ। ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਨਾਲ ਕਹਤਾ ਆਪੇ ਆਪ, ਉਹ ਆਪਣੇ ਆਪ ਤੋਂ ਆਪ ਆ। ਨਿਰੰਜਨ ਸੋਏ, ਨਿਰੰਜਨ ਕਹਿੰਦੇ ਨੇ ਕਾਲਖ ਨੂੰ, ਕਹਿੰਦੇ ਨਿਰਅੰਜਨ ਭਾਵ ਜਿਹੜੀ ਮਾਇਆ ਦੀ, ਅੰਜਨ ਕਹਿੰਦੇ ਸੁਰਮੇ ਨੂੰ, ਕਾਲਖ ਨੂੰ, ਤੇ ਨਿਰਅੰਜਨ ਕਹਿੰਦੇ ਨੇ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਆ। ਪਰਮੇਸ਼ਰ ਵਸਦਾ ਸਾਰਿਆਂ 'ਚ ਆ, ਪਰ ਉਹ ਕਲੰਕ ਤੋਂ ਰਹਿਤ ਆ। ਆਪਾਂ ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਨਾ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹਦਾ ਕੀ ਮਤਲਬ ਭਲਾ? ਆਦ ਦਾ ਅਰਥ ਹੈ ਸ਼ੁਰੂ ਤੋਂ ਹੈ, ਅਨੀਲ, ਅਨੀਲ ਦਾ ਅਰਥ ਹੈ ਕਲੰਕ, ਉਹ ਕਲੰਕ ਤੋਂ ਰਹਿਤ ਹੈ। ਹੁਣ ਜਿੰਨੇ ਲੋਕ ਚੋਰੀਆਂ ਕਰਦੇ ਨੇ, ਕੋਈ ਬੇਈਮਾਨੀ ਕਰਦਾ, ਕੋਈ ਠੱਗੀ ਮਾਰਦਾ, ਕੋਈ ਕਿਸੇ ਨਾਲ ਧੋਖਾ ਕਰਦਾ, ਰੱਬ ਤੇ ਉਹਨਾਂ 'ਚ ਹੀ ਵਸਦਾ, ਪਰ ਰੱਬ ਉਸ ਕਲੰਕ ਤੋਂ ਰਹਿਤ ਹੈ। ਕੱਲ੍ਹ ਨੂੰ ਇਹ ਥੋੜ੍ਹਾ ਕਹਿ ਸਕਦਾ ਵੀ ਤੇਰੇ 'ਚ ਰੱਬ ਵਸਦਾ, ਰੱਬ ਵੀ ਨਾਲ ਕਲੰਕਿਤ ਹੋ ਗਿਆ। ਉਹ ਵਿੱਚ ਰਹਿ ਕੇ ਨਿਰਲੇਪ ਹੈ। ਆਹ ਗੱਲ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਜਿੱਥੇ ਅਸੀਂ ਬਾਕੀ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਦੇ ਹਾਂ, ਸਾਨੂੰ ਬਾਣੀ ਦੇ ਇਸ ਨੁਕਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਾਡੇ ਵਿੱਚ ਵਸਦਾ ਹੋਇਆ ਵੀ ਉਹ ਕਲੰਕ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਨਾਹਤ, ਹੱਤ ਕਹਿੰਦੇ ਹੱਤਿਆ ਨੂੰ, ਜਿਵੇਂ ਨਾ ਕਹਿੰਦੇ ਫਲਾਣੇ ਦੀ ਹੱਤਿਆ ਹੋ ਗਈ। ਅਨਾਹਤ ਅਰਥ ਹੈ ਉਹ ਹੱਤਿਆ ਤੋਂ ਰਹਿਤ ਹੈ, ਭਾਵ ਉਹਦੀ ਕੋਈ ਹੱਤਿਆ ਨਹੀਂ ਕਰ ਸਕਦਾ, ਕਿਉਂਕਿ ਉਹ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਜੰਮਿਆ ਹੀ ਨਹੀਂ, ਉਹਦੀ ਹੱਤਿਆ ਕਿਵੇਂ ਕੋਈ ਕਰੇਗਾ? ਹੱਤਿਆ ਉਹਦੀ ਹੁੰਦੀ ਹੈ, ਜਾਂਦਾ ਦੁਨੀਆ ਤੋਂ ਹੈ ਜਿਹੜਾ ਕਦੀ ਆਇਆ ਵਾ। ਜਿਹਦਾ ਤੁਸੀਂ ਅੱਜ ਜਨਮ ਦਿਨ ਮਨਾ ਰਹੇ ਹੋ, ਇਹ ਵੀ ਮੰਨੋ ਵੀ ਕੱਲ੍ਹ ਨੂੰ ਤੁਸੀਂ ਉਹਨੂੰ ਇਹ ਵੀ ਕਹਿਣਾ ਵੀ ਇਹ ਦੁਨੀਆ ਤੋਂ ਚਲਾ ਗਿਆ। ਪਰਮਾਤਮਾ ਆਇਆ ਹੀ ਨਹੀਂ, ਉਹਨੇ ਜਾਣਾ ਕਿੱਥੋਂ, ਤੇ ਹੈਗਾ ਹੀ ਇੱਥੇ। ਹੁਣ ਤੁਸੀਂ ਜਿਸ ਬੰਦੇ ਬਾਰੇ, ਹੁਣ ਬਾਣੀ ਲਿਖਿਆ ਜਨਮੇ ਕੋ ਵਾਜੇ ਵਜਾਏ ਸੋ ਲੜਿਆ ਗਿਆਨੀ ਗਾਏ। ਜਿਹੜੇ ਜਨਮ ਵੇਲੇ ਵਾਜੇ ਵਜਾਉਂਦੇ ਉਹ ਭੁੱਲ ਜਾਂਦੇ ਆ ਵੀ ਇਹਨੇ ਕਦੀ ਦੁਨੀਆ ਤੋਂ ਜਾਣਾ ਵੀ ਆ। ਤੁਸੀਂ ਵੇਖਿਆ ਨਾ ਕਈ ਵਾਰੀ ਬੱਚਿਆਂ ਦੇ ਜਨਮ 'ਤੇ ਕਈ ਲੋਕ ਤੂਤੀਆਂ ਵਜਾਉਂਦੇ ਨੇ, ਬੈਂਡ ਵਜਾਉਂਦੇ ਨੇ, ਖੁਸ਼ੀ ਮਨਾਉਂਦੇ ਨੇ, ਚਾਅ ਕਰਦੇ ਆ, ਪਰ ਭੁੱਲ ਗਏ ਉਹ ਵੀ ਜੇ ਅਸੀਂ ਚਾਅ ਕਰਦੇ ਤਾਂ ਭੁੱਲ ਹੀ ਗਏ ਵੀ ਇਹਨੇ ਦੁਨੀਆ ਤੋਂ ਜਾਣਾ ਵੀ ਆ ਕਦੀ। ਕਹਿੰਦੇ ਜਨਮੇ ਕੋ ਵਾਜੇ ਵਜਾਏ ਸੋ ਲੜੇ ਅਗਿਆਨੀ ਗਾਏ। ਅਗਿਆਨੀ ਲੋਕ ਆ ਜਿਹੜੇ ਜਨਮ ਵੇਲੇ ਵਾਜੇ ਵਜਾਉਂਦੇ, ਜਦੋਂ ਚੜ੍ਹਾਈ ਕਰ ਜਾਂਦਾ ਫਿਰ ਰੋਣਾ ਪਾਉਂਦੇ ਨੇ, ਕਹਿੰਦੇ ਹਾਏ ਰੱਬ ਨੇ ਲੋੜਾ ਮਾਰਤਾ। ਕਹਿੰਦੇ ਜੇ ਜਨਮ ਵੇਲੇ ਖੁਸ਼ੀ ਮਨਾਈ ਆ ਤੇ ਜਾਣ ਵੇਲੇ ਵੀ ਧੰਨਵਾਦ ਕਰੋ, ਦਾਤਾ ਤੇਰਾ ਧੰਨਵਾਦ, ਇੰਨੇ ਸਾਲ ਇਹਨੂੰ ਬਖਸ਼ਿਸ਼ ਕੀਤੇ ਸੀ, ਸਾਡੇ ਨਾਲ ਹੱਸ ਖੇਡ ਗਿਆ। ਵੇਖੋ ਜਦੋਂ ਕਿਸੇ ਦੇ ਘਰ ਵੇਖੋ ਦੋ ਕਿਸਮ ਦੇ ਲੋਕ ਹੁੰਦੇ ਸਾਧ ਸੰਗਤ ਜੀ। ਕਿਸੇ ਦਾ ਇਕਲੌਤਾ ਬੇਟਾ ਹੈ, 20-22 ਸਾਲ ਦਾ ਚੜ੍ਹਾਈ ਕਰ ਗਿਆ। ਕਿਸੇ ਨੇ ਬਾਪ ਨੂੰ ਪੁੱਛਿਆ ਬੜਾ ਮਾੜਾ ਹੋਇਆ, ਰੱਬ ਨੇ ਲੋੜਾ ਮਾਰਤਾ। ਉਹ ਕਹਿੰਦਾ ਨਹੀਂ, ਮੇਰਾ ਰੱਬ ਦਾ, ਮੈਂ ਆਪਣੇ ਮਾਲਕ ਅੱਗੇ ਧੰਨਵਾਦ ਕਰਨਾ ਚਾਹੁੰਦਾ। ਕਹਿੰਦਾ ਕਿਆ ਵਾ, ਤੇਰਾ ਤੇ ਪੁੱਤ ਚੜ੍ਹਾਈ ਕਰ ਗਿਆ। ਕਹਿੰਦਾ ਮੈਂ ਧੰਨਵਾਦ ਇਸ ਗੱਲ ਦਾ ਕਰਨਾ ਚਾਹੁੰਦਾ ਕਿ ਉਹਨੇ ਮੈਨੂੰ 20-22 ਸਾਲ ਆਪਣਾ ਪੁੱਤ ਖੇਡਣ ਲਈ ਦਿੱਤਾ। ਜੋ ਇਹ ਵੀ ਨਾ ਦਿੰਦਾ ਤੇ ਮੈਂ ਕੀ ਕਰ ਲੈਂਦਾ। ਇਸ ਦੁਨੀਆ 'ਤੇ ਬੜੇ ਲੋਕ ਆ ਜਿਨ੍ਹਾਂ ਘਰਾਂ 'ਚ ਔਲਾਦ, ਬੋਲੋ ਸਾਰੇ, ਹੈ ਹੀ ਨਹੀਂ। ਮੈਂ ਤਾਂ ਫਿਰ ਵੀ ਧੰਨਵਾਦ ਕਰਦਾ ਕਿ ਉਹਨੇ 20-22 ਸਾਲ ਮੈਨੂੰ ਆਪਣੇ ਪੁੱਤ ਦੇ ਨਾਲ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਦਿੱਤਾ। ਇਹ ਕੌਣ ਲੋਕ ਨੇ? ਜਿਹਨੂੰ ਮਾੜੀ ਮੋਟ ਗੁਰਮਤ ਦੀ ਸਮਝ ਹੈ, ਜਿਹੜੇ ਹਰ ਵਕਤ ਵੀ ਸ਼ੁਕਰਾਨਾ ਕਰਨਾ ਜਾਣਦੇ ਨੇ। ਦੂਜਾ ਕੌਣ ਹੈ ਭਲਾ? ਦੂਜਾ ਕੌਣ ਹੈ? ਦੂਜਾ ਉਹ ਇਨਸਾਨ ਆ ਜਿਹਦਾ ਪੁੱਤਰ ਚੜ੍ਹਾਈ ਕਰ ਗਿਆ, ਉਹ ਰੱਬ ਨੂੰ ਉਲਾਮੇ ਦੇ ਰਿਹਾ, ਕਹਿੰਦਾ ਰੱਬਾ ਜੇ ਲੈ ਜਾਣਾ ਸੀ ਮੈਨੂੰ ਦਿੱਤਾ ਕਿਉਂ? ਸੋਚ ਵੱਖਰੀ ਵੱਖਰੀ ਹੋ ਗਈ ਨਾ। ਜਦੋਂ ਸਾਨੂੰ ਅਸੀਂ ਜਿੱਥੇ ਵੀ ਹੈਗੇ ਹਾਂ, ਜਿਸ ਹਾਲਾਤ ਵਿੱਚ ਹੈਗੇ ਹਾਂ, ਜੋ ਸਾਡੇ ਕੋਲ ਹੈ ਉਹਦੇ ਵਿੱਚ ਹੀ ਸਾਨੂੰ ਧੰਨਵਾਦ ਕਰਨਾ ਆ ਜਾਏ, ਸ਼ੁਕਰਾਨਾ ਕਰਨਾ ਆ ਜਾਏ, ਜ਼ਿੰਦਗੀ ਆਨੰਦਮਈ ਬਣ ਜਾਂਦੀ ਹੈ। ਅਤੇ ਸ਼ਿਕਵੇ ਗਿਲੇ ਇਹ ਤਾਂ ਸਾਰੀ ਜ਼ਿੰਦਗੀ ਮੁੱਕਦੇ ਨਹੀਂ। ਸਾਰੀ ਜ਼ਿੰਦਗੀ ਬੰਦਾ ਸ਼ਿਕਵੇ ਗਿਲਿਆਂ ਨਾਲ ਹੀ ਭਰਿਆ ਹੁੰਦਾ। ਮੈਂ ਤੇਰੇ ਕੋਲ ਆਹ ਮੰਗਿਆ ਸੀ, ਤੂੰ ਮੈਨੂੰ ਆਹ ਨਹੀਂ ਦਿੱਤਾ। ਮੈਂ ਆਹ ਮੰਗਿਆ ਮਹਾਰਾਜ, ਤੁਸੀਂ ਮੈਨੂੰ ਆਹ ਨਹੀਂ ਦਿੱਤਾ। ਪਾਤਸ਼ਾਹ ਜੀ ਕਹਿੰਦੇ ਬੰਦਿਆ ਜੇ ਇਹ ਮਹਿਸੂਸ ਕਰੇ ਕਿ ਹੇ ਮਾਲਕ ਜੀ ਮੇਰੀ ਇੱਕੋ ਮੰਗ ਆ
कि मैं तुहाडे नाल सांझ पा के जिंदगी जीनी चाहुंदा। हुण हजूर कहंदे ने मन बैराग भया दर्शन देखने का चाओ धन सो तेरा थान। मैं तुहाडे दर्शन क्यों करना चाहुंदा? कहंदे मैनूं पता वा कि जिथे तुहाडा वासा हुंदा वो जगह बड़ी चंगी हुंदी है। धन सो तेरा थान। अज समाज दुखी क्यों आ? अज घरां चों बाणी निकल गई, अज घरां चों बाणी दी विचार अलोप हो गई, अज गुरु दा उपदेश निकल गया। कित्थे साडा समाज अज धीआं पुत्त मंगदा वा। अज दी खबर है ना, कोई फौजी उहदे कोलों अपनी धी नूं जमीन ते पटका के मारिया उन्हें, ते इहदे मेरे ख्याल बच्ची दी उम्र भी कोई ज़्यादा नहीं, ते उहदी डेथ हो गई। हुण सोच के वेखो किहड़े लोग ने जिहड़े एक बन्ने ते असीं समाज साडा औलाद मंग रिहा, चलो लड़ाई होएगी किसी वड्डे दी, उस धी दा की कसूर है जी? जिहड़ी बच्ची अजे बिल्कुल छोटी जी है उन्होंने फड़ के जमीन ते पटका के मारिया, उहदी डेथ हो गई। हुण पुलिस केस चलेगा, बाप नूं फड़ के अरेस्ट हो जाएगी। मतलब कदी सोच के वेखो साडा समाज सहनशीलता जिहड़ी गुरुदेव ने गल आखी सी ना, जरन शक्ति, सहनशीलता की कमी है साडे समाज दे विच, जिहड़ी अज घरां चों अलोप हो गई है। जपजी साहिब दीआं 38 पौड़ियां ने, 38 पौड़ी नूं पढ़ के वेखो, जत पहारा धीरज सुनियार। अज साडे घरां विचों धीरज की जिहड़ी जायदाद है अलोप हो गई, सहज गवाच गया। एक बन्ने वो ने जिन्हां घरां च पुत्त है नहीं, वो कहंदे रब्बा धी दे दे, जे पुत्त नहीं सी देना धी दे दिंदा, औलाद नहीं हैगी चलो धी दे दिंदा। ते जिन्हां घरां च हैगी है, असीं अपने क्रोध नाल, एवें थोड़ा गुरुदेव ने चंडाल आखिया सी इहनूं, क्रोध नूं चंडाल क्यों आखिया सी? काम क्रोध तन वसै चंडाल। चंडाल कौन हुंदा भला? जिहड़ा फांसी दिंदा है। चंडाल तुरिया आउंदा होवे ना, जिन्हें फांसी दित्ती होवे कदी, ते लोकां नूं पता होवे भी ये चंडाल है, इन्हें बड़ियां लोकां नूं फाहे टंगिया, ते आम साडा समाज नहीं चाहुंदा भी उहदा परछावां साडे किसी बच्चे ते किसी परिवार ते पवे। चंडाल है, इन्हें ते कईयां नूं फाहे टंगिया। हजूर कहंदे ओ बंदिया, ये तो चंडाल बाहरों तुरिया आउंदा बच्चे बचा लेंगा, जिहड़ा चंडाल तेरे अंदर बैठा है तो किदां अपना परिवार बचाएगा? ये चंडाल किहड़ा? काम। काम वाशनावां एक इहो जिहा चंडाल आ जिन्हें कईयां दे घर तबाह कीते। क्रोध चंडाल आ जिन्हें कईयां दीयां जिंदगियां तबाह कर दित्तियां। हुण कल्ली उन्हें अपनी धी नहीं मारी, नाल उन्हें अपनी जिंदगी भी तबाह कर ली। सारी जिंदगी वो रोएगा, पछतावेगा कि मेरे को अपना ही घर का चिराग बुझ गया। सोच के वेखो, साडे इदां दी घटना एक नहीं हैगी, अनेकां घटनावां साडे समाज विच वापरियां। कई वारी दुनिया के अंदर जित्ती हुई बाजी एक क्रोध दे करके लोग फिर हार जाते हैं। ये पंजां वकारां दी गल जदों सतगुर ने बाणी च कीती है ना, ये बंदे दी बुद्धि भ्रिष्ट कर दिंदे ने। एवें थोड़ा आख्या सी राख पिता प्रभ मेरे मोहे निर्गुण सब गुण तेरे, पंच बिखादी एक गरीबा राखो राखण हारे, खेत करें बापू ये मैनू पंज बड़े सताउंदे ही। असीं तो अजे उलामे दे जाने, मैनू मेरा गवांढी बड़ा तंग करदा, मैनू मेरा फलाना रिश्तेदार बड़ा तंग करदा, मैनू फलाने ने तंग किया। कदी अपने आप च भी मनांगे भी मैनू मेरे पंज वकार बड़ा तंग करते हैं? एक दिन स्वीकार करांगे भी मैनू मेरा लालच बड़ा तंग करदा? एक दिन मनांगे भी मैनू मेरा क्रोध नहीं खलोण दिंदा, मैनू मेरी मोह दियां तंदां मैनू एक थां ते बहन नहीं दिंदियां? ये आ जिहड़े पंज आ बंदे नूं अपणियां उंगलां ते नचाई फिरदे। एवें नहीं सी आखिया भगत रविदास जी ने, कहंदे बंदिया पंज जीव ने, उन्हां जीवां विच एक एक है मृग। सुनियो ध्यान नाल, मृग, मीन, भृंग, पतंग, कुंचर, एक दोख विनाश। दोख कहंदे ने ऐब नूं। भगत रविदास जी कहंदे ने ये जिहड़े पंजे ने इन्हां नूं एक एक ऐब है, ते इन्हां दी हालत वेखो की होई है। मृग हिरन, हिरन नूं की ऐब है? सुन दा, सुन दा बड़ा चस्का। एडा तेज जानवर है ना हिरन, वो कदी फड़िया ना जावे जे उन्होंने सुन दा चस्का ना होवे। ते उन्होंने सुन दा चस्का, कंडे हेड दा नाद है, जिहड़ा फड़न वाला पहला वो नाद वजाउंदा, अगे उन्हें जाल विछाया हुंदा। हिरन मस्त हो के उधर नूं भजाउंदा, अगे उन्हें जाल विछाया, उन्होंने जाल च पा के ते फिर जाके चिड़िए घर दे विच एक पिंजरे च पा दिंदा उन्होंने। फिर वो गुलामी तो गुलामी है ना। साध संगत जी, गुलामी इदां दी चीज़ होंदी, गुलाम बंदे नूं भावें सोने की थाली च भी खाना दिओ ना, उन्होंने चंगा नहीं लगता। आज़ादी दे विच ते नज़ारे है। हुण पंछी जिहड़ा वा उन्होंने तुसीं भावें सोने के पिंजरे च भी पा दिओ,
ਉਹ ਆਂਦਾ ਮੈਨੂੰ ਪਿੰਜਰੇ 'ਚੋਂ ਬਾਹਰ ਕੱਢੋ, ਮੈਂ ਆਪਣੀ ਮਰਜ਼ੀ ਨਾਲ ਕਦੀ ਕਿਸੇ ਟਾਹਣੀ 'ਤੇ ਬਹਿਣਾ ਚਾਹੁੰਦਾ, ਕਦੀ ਕਿਸੇ ਟਾਹਣੀ 'ਤੇ ਬਹਿਣਾ ਚਾਹੁੰਦਾ। ਜੇਲ੍ਹ ਕਿਉਂ ਨਹੀਂ ਪਸੰਦ ਬੰਦੇ ਨੂੰ? ਸੰਤਰੀ ਬਾਹਰ ਖਲੋਤੇ ਆ, ਕਿੰਨੇ ਉੱਥੇ ਲੋਕ ਨੇ, ਪਤਾ ਕਿਉਂ? ਕਿਉਂਕਿ ਜੇਲ੍ਹ ਦੀ ਚਾਬੀ ਆਪਣੇ ਕੋਲ ਨਹੀਂ ਹੈਗੀ। ਇੱਕ ਕਮਰੇ ਦਾ ਵੀ ਘਰ ਹੋਵੇ ਨਾ, ਕਿਉਂ ਚੰਗਾ ਲੱਗਦਾ? ਕਿਉਂਕਿ ਉਸ ਕਮਰੇ ਦੀ ਚਾਬੀ ਤੇਰੇ ਕੋਲ ਆ, ਜਦੋਂ ਮਰਜ਼ੀ ਖੋਲ੍ਹਦਾ, ਜਦੋਂ ਮਰਜ਼ੀ ਬੰਦ ਕਰਦਾ, ਜਦੋਂ ਮਰਜ਼ੀ ਲੌਕ ਲਾ ਕੇ ਤੁਰ ਪੈਣਾ। ਜੇਲ੍ਹ 'ਚੋਂ ਬਾਹਰ ਤੁਰ ਕੇ ਵਿਖਾਂ ਭਲਾ। ਇਹ ਬਾਹਰ ਦੀ ਜੇਲ੍ਹ ਦੀ ਗੱਲ ਨਹੀਂ, ਇਹ ਮਾਨਸਿਕ ਤੌਰ 'ਤੇ ਬੰਦਾ ਮਾਨਸਿਕ ਤੌਰ 'ਤੇ ਗੁਲਾਮ ਆ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਮ੍ਰਿਗ, ਹਿਰਨ ਨੂੰ ਐਬ ਕਾਹਦਾ? ਸੁਣਨ ਦਾ, ਸੁਣਨ ਕਰਕੇ ਫਸ ਗਿਆ। ਮ੍ਰਿਗ ਮੀਨ, ਮੱਛੀ ਨੂੰ ਕਾਹਦਾ? ਜ਼ੁਬਾਨ ਦਾ ਚਸਕਾ। ਕਦੀ ਨੋਟ ਕੀਤਾ ਮੱਛੀ ਨੂੰ ਫੜਨ ਵਾਲਾ ਬੰਦਾ ਪਾਣੀ 'ਚ ਜਾਂਦਾ, ਉਹ ਤਾਂ ਬਾਹਰ ਬੈਠਾ ਹੁੰਦਾ, ਫਿਰ ਮੱਛੀ ਪਾਣੀ 'ਚੋਂ ਬਾਹਰ ਕਿੱਦਾਂ ਆ ਜਾਂਦੀ ਹੈ? ਕਿਉਂਕਿ ਫੜਨ ਵਾਲੇ ਨੂੰ ਪਤਾ ਵੀ ਇਹਨੂੰ ਜ਼ੁਬਾਨ ਦਾ ਚਸਕਾ ਵਾ। ਉਹ ਕੀ ਕਰਦਾ, ਇੱਕ ਕੁੰਡੀ ਲੈਂਦਾ, ਉੱਤੇ ਮਾਸ ਦੀ ਬੋਟੀ ਲਾਉਂਦਾ ਅਤੇ ਪਾਣੀ ਸੁੱਟ ਦਿੰਦਾ। ਹੁਣ ਉਹ ਭੱਜ ਕੇ ਬੋਟੀ ਨੂੰ ਮੂੰਹ 'ਚ ਪਾਉਂਦੀ, ਪਰ ਇਹ ਭੁੱਲ ਹੀ ਗਈ ਵੀ ਇਸ ਬੋਟੀ ਥੱਲੇ ਕੁੰਡੀ ਵੀ ਹੈਗੀ ਹੈ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਅੱਤ ਸਿਆਣੀ ਸੋਹਣੀ। ਆਪਣੇ ਆਪ ਨੂੰ ਬੜੀ ਸਿਆਣੀ ਮੰਨਦੀ ਸੀ, ਪਰ ਕੀਤੇ ਕਾਰਨ ਪਕੜੀ, ਆਪਣੇ ਲਾਲਚ ਕਰਕੇ, ਆਪਣੇ ਚਸਕੇ ਕਰਕੇ ਫੜੀ ਗਈ। ਹੁਣ ਹਜ਼ੂਰ ਇੱਥੇ ਕਿੱਡੀ ਪਿਆਰੀ ਦਲੀਲ ਦੇ ਕੇ ਸਮਝਾਉਂਦੇ ਨੇ, ਮ੍ਰਿਗ ਮੀਨ, ਮੱਛੀ ਆਪਣੇ ਜ਼ੁਬਾਨ ਦੇ ਚਸਕੇ ਕਰਕੇ ਉਹ ਕੁੰਡੀ ਮੂੰਹ 'ਚ ਪਾ ਬਹਿੰਦੀ ਹੈ, ਅਤੇ ਫੜਨ ਵਾਲਾ ਉਹਨੂੰ ਖਿੱਚ ਕੇ ਬਾਹਰ ਲੈ ਆਉਂਦਾ। ਮੱਛੀ ਨੂੰ ਜ਼ੁਬਾਨ ਦਾ ਚਸਕਾ। ਮ੍ਰਿਗ ਮੀਨ, ਭਰਿੰਗ ਕਹਿੰਦੇ ਨੇ ਭੌਰੇ ਨੂੰ ਕਾਹਦਾ ਚਸਕਾ ਹੈ? ਭੌਰੇ ਨੂੰ ਸੂੰਘਣ ਦਾ। ਜਦੋਂ ਕਿਸੇ ਫੁੱਲ ਦੀ ਮੁਕਰਾਨ 'ਤੇ ਆਣ ਕੇ ਬਹਿੰਦਾ, ਇੰਨਾ ਮਸਤ ਹੁੰਦਾ, ਚੇਤਾ ਭੁੱਲ ਜਾਂਦਾ ਉੱਥੋਂ ਉੱਡਣ ਦਾ। ਸੂਰਜ ਛਿਪਦਾ ਵਾ ਅਤੇ ਸ਼ਾਮਾਂ ਨੂੰ ਫੁੱਲ ਦੀਆਂ ਪੱਤੀਆਂ ਇਕੱਠੀਆਂ ਹੁੰਦੀਆਂ ਅਤੇ ਭੌਰਾ ਵਿੱਚ ਹੀ ਦਮ ਤੋੜ ਜਾਂਦਾ। ਭੌਰੇ ਦੀ ਗੱਲ ਆ ਗਈ। ਮ੍ਰਿਗ ਮੀਨ, ਭਰਿੰਗ, ਪਤੰਗਾ। ਆ ਸਾਉਣ ਭਾਦੋਂ ਦੇ ਜਦੋਂ ਮੀਂਹ ਪੈਂਦੇ ਹੋਣਾ ਵੇਖਿਆ ਆਪਾਂ, ਲਾਈਟਾਂ 'ਤੇ ਕਿੱਦਾਂ ਪਤੰਗੇ ਆਉਂਦੇ ਆ, ਕਿੱਦਾਂ ਆਣ ਕੇ ਪਤੰਗੇ ਜਿਹੜੇ ਉੱਡ ਕੇ ਆਣ ਕੇ। ਹੁਣ ਤਾਂ ਬਲਬ ਨੇ, ਟਿਊਬਾਂ ਨੇ, ਪੁਰਾਣੇ ਸਮੇਂ ਦੀਵੇ ਹੁੰਦੇ ਸੀ, ਦੀਵੇ ਦੀ ਲਾਟ ਉੱਤੇ ਕਿੱਦਾਂ ਉਹ ਪਤੰਗੇ ਸੜ ਮਰਦੇ ਸੀ। ਹੁਣ ਉਹਨੂੰ ਵੇਖਣ ਦਾ ਪਤੰਗੇ ਨੂੰ, ਉਹ ਜਦੋਂ ਆਣ ਕੇ ਲਾਈਟ ਉੱਤੇ ਵਹਿੰਦਾ ਅਤੇ ਉਹਨੂੰ ਸੜ ਕੇ ਕੋਲਾ ਹੋ ਜਾਂਦਾ। ਆ ਵੇਖਿਆ ਲਾਈਟਾਂ 'ਤੇ ਕਿੱਦਾਂ ਮੱਕੜ ਡਿੱਗ ਕੇ ਜ਼ਮੀਨ 'ਤੇ ਸੜ ਕੇ ਖਤਮ ਹੋ ਜਾਂਦੇ ਆ। ਤੀਜਾ ਆ ਗਿਆ ਹਾਥੀ। ਮ੍ਰਿਗ ਮੀਨ, ਭਰਿੰਗ, ਪਤੰਗ, ਕੁੰਚਰ ਕਹਿੰਦੇ ਹਾਥੀ ਨੂੰ ਕਿਹੜਾ ਚਸਕਾ? ਕਾਮ ਵਾਸ਼ਨਾਵਾਂ ਦਾ। ਹਾਥੀ ਐਡਾ ਤਾਕਤਵਰ ਜਾਨਵਰ ਹੈ, ਬੰਦਾ ਉਹਦੀ ਕਦੀ ਵੀ ਪਿੱਠ 'ਤੇ ਸਵਾਰੀ ਨਾ ਕਰ ਸਕਦਾ ਜੇ ਉਹਦੇ ਵਿੱਚ ਕਾਮ ਵਾਸ਼ਨਾ ਨਾ ਹੁੰਦੀਆਂ। ਅਤੇ ਜਦੋਂ ਉਹਨੂੰ ਫੜਿਆ ਜਾਂਦਾ ਨਾ, ਉਹਨੂੰ ਇੱਕ ਨਕਲੀ ਹਥਣੀ ਦਾ ਢਾਂਚਾ ਤਿਆਰ ਕੀਤਾ ਜਾਂਦਾ। ਇਹ ਭਗਤ ਕਬੀਰ ਜੀ ਨੇ ਬਾਣੀ 'ਚ ਲਿਖਿਆ, ਕਾਲ ਬੂਤ ਕੀ, ਪੜ੍ਹੋ ਜਿਹਨਾਂ ਨੂੰ ਬਾਣੀ ਆਉਂਦੀ, ਕਾਲ ਬੂਤ ਕੀ ਹਸਤਨੀ। ਕਾਲ ਬੂਤ ਕਹਿੰਦੇ ਕਲਬੂਤ ਨੂੰ, ਕਲਬੂਤ ਕਹਿੰਦੇ ਢਾਂਚੇ ਨੂੰ। ਜਿਵੇਂ ਆਪਾਂ ਜਦੋਂ ਝੋਨਾ ਲਾਉਂਦੇ ਹਾਂ, ਪਨੀਰੀ ਨਹੀਂ ਬੀਜਦੇ ਆਪਾਂ, ਪਨੀਰੀ ਬੀਜਣ ਵਕਤ ਆਪਾਂ ਕੀ ਕਰਦੇ ਸੀ, ਵਿੱਚ ਢਾਂਚਾ ਕਰ ਦੇਣਾ, ਇੱਦਾਂ ਡੰਡਿਆਂ ਦਾ ਢਾਂਚਾ ਬਣਾ ਕੇ। ਪੁਰਾਣਾ ਕੋਈ ਕੁੜਤਾ ਘਰ 'ਚ ਪਿਆ ਹੋਣਾ ਕਿਸੇ ਵੱਡੇ ਵਡੇਰੇ ਦਾ, ਉਹ ਕਮੀਜ਼ ਪਾ ਦੇਣਾ ਗਲ ਉੱਤੇ, ਸਿਰ 'ਤੇ ਲਿਆ ਕੇ ਪਰਨਾ ਬੰਨ੍ਹ ਦੇਣਾ, ਤਾਂ ਕਿ ਪੰਛੀਆਂ ਨੂੰ ਲੱਗੇ ਵੀ ਬੰਦਾ ਕੋਈ ਵਿੱਚ ਖਲੋਤਾ। ਉਹਨੂੰ ਕਹਿੰਦੇ ਕਲਬੂਤ, ਢਾਂਚਾ, ਵੀ ਬੰਦਾ ਹੈ ਨਹੀਂ ਆ ਪਰ ਬੰਦੇ ਵਰਗਾ ਢਾਂਚਾ ਖਿਲਾਰਤਾ। ਹਾਥੀ ਨੂੰ ਫੜਨ ਵਾਸਤੇ ਉਹ ਨਕਲੀ ਹਥਣੀ ਦਾ ਢਾਂਚਾ ਤਿਆਰ ਕਰਦੇ। ਆ ਡਿਸਕਵਰੀ ਚੈਨਲ ਬਹੁਤ ਮਹਿੰਗਾ ਹੈ, ਹੁਣ ਤਾਂ ਜੰਗਲ ਹੈ ਨਹੀਂ, ਪੁਰਾਣੇ ਸਮੇਂ ਜੰਗਲ ਹੁੰਦੇ ਸੀ। ਭਗਤ ਕਬੀਰ ਜੀ ਵਰਗੇ ਯੋਧਿਆਂ ਨੇ ਕਿੱਡੀਆਂ ਪਿਆਰੀਆਂ ਦਲੀਲਾਂ ਦੇ ਕੇ ਸਮਝਾਇਆ, ਇਹ ਸ਼ਬਦ ਹਾਥੀ ਵਾਸਤੇ ਨਹੀਂ, ਇਹ ਸ਼ਬਦ ਬੰਦਿਆ ਤੇਰੇ ਵਾਸਤੇ ਆ। ਜੇ ਤੇਰੇ ਵਿੱਚ ਐਬ ਨਾ ਹੋਵੇ, ਤੇਰੀ ਪਿੱਠ ਉੱਤੇ ਕੋਈ ਸਵਾਰੀ ਨਾ ਕਰ ਸਕਦਾ। ਤੂੰ ਗੁਲਾਮ ਪਤਾ ਅੱਜ ਕਿਉਂ ਆ? ਤੇਰੇ ਐਬ ਨੇ ਜਣੇ ਖਣੇ ਨੂੰ ਤੈਨੂੰ ਉਂਗਲਾਂ ਕਰ ਲਾਤਾ, ਇੱਦਾਂ ਕੋਈ ਟੀਚਰ ਕਰਕੇ ਲੰਘ ਜਾਂਦਾ। ਕਿਉਂ? ਕਿਉਂਕਿ ਤੇਰੇ 'ਚ ਐਬ ਆ। ਅੱਜ ਹਾਥੀ ਦੀ ਪਿੱਠ ਉੱਤੇ ਇੱਕ ਮੜੂਆ ਜਾਂ ਮਹਾਵਤ ਬੈਠਾ, ਇੱਧਰੋਂ ਕੁੰਡਾ ਮਾਰਦਾ ਅਤੇ ਹਾਥੀਆਂ ਨੂੰ ਮੁੜ ਜਾਂਦਾ, ਇੱਧਰੋਂ ਕੁੰਡਾ ਮਾਰਦਾ ਅਤੇ ਹਾਥੀਆਂ ਨੂੰ ਮੁੜ ਜਾਂਦਾ। ਕਿੰਨੇ ਹਾਥੀ ਨੂੰ ਟੀਚਰ ਕਰਤੀ। ਹਾਥੀ ਉਹ ਤੇਰੇ 'ਚ ਤਾਕਤ ਬੜੀ ਸੀ, ਅੱਜ ਲੋਕ ਤੇਰੇ ਉੱਤੇ ਤੇਰੀ ਪਿੱਠ 'ਤੇ ਸਵਾਰੀ ਕਰਦੇ ਫਿਰਦੇ ਆ। ਅਤੇ ਹਾਥੀ ਅੱਗਿਓਂ ਕਹਿੰਦਾ, ਮੇਰਾ ਐਬ, ਮੇਰੇ ਅੰਦਰ ਦਾ ਚਸਕਾ ਮੈਨੂੰ ਇਹਨਾਂ ਲੋਕਾਂ ਦੇ ਅਧੀਨ ਕਰ ਗਿਆ, ਨਹੀਂ ਤਾਂ ਜੇ ਮੇਰੇ ਵਿੱਚ ਉਹ ਚਸਕਾ ਨਾ ਹੁੰਦਾ, ਇਹ ਲੋਕ ਕਦੀ ਮੇਰੀ ਪਿੱਠ 'ਤੇ ਸਵਾਰੀ ਨਾ ਕਰ ਸਕਦੇ। ਭਗਤ ਕਬੀਰ ਜੀ ਨੇ ਕਿਹਾ, ਕਾਲ ਬੂਤ ਕੀ ਹਸਤਨੀ। ਕਲਬੂਤ ਭਾਵ ਨਕਲੀ ਹਥਨੀ ਦਾ ਢਾਂਚਾ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਬੌਰਿਆ ਮਨਾ। ਹਥਨੀ ਵੱਲ ਵੇਖ, ਨਕਲੀ ਹਥਨੀ ਦਾ ਢਾਂਚਾ ਤਿਆਰ ਕਰਕੇ ਹਾਥੀ ਨੂੰ ਅਗਲਿਆਂ ਨੇ ਅਧੀਨ ਕਰ ਲਿਆ। ਕਾਮ ਸਵਾਏ
ਕਾਮ ਦੇ ਸਵਾਦ ਕਰਕੇ, ਗੱਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਅੱਜ ਉਹ ਹਾਥੀ ਆਪਣੇ ਸਿਰ ਤੇ ਅੰਕਸ ਸਹਿ ਰਿਹਾ। ਅੱਜ ਕੁੰਡਾ ਵੱਜ ਰਿਹਾ ਉਹਨੂੰ, ਹਾਥੀ ਨੂੰ ਐਨੂੰ ਮੋੜਨਾ ਤੇ ਕੁੰਡਾ ਇੱਧਰੋਂ ਵੱਜਦਾ, ਹਾਥੀ ਐਨੂੰ ਮੁੜਦਾ। ਹਾਥੀ ਨੂੰ ਐਨੂੰ ਮੋੜਨਾ ਤੇ ਅਗਲਾ ਕੁੰਡਾ ਮਾਰਦਾ, ਹਾਥੀ ਐਨੂੰ ਮੁੜਦਾ। ਇਹ ਕਿਹੜਾ ਹਾਥੀ ਹੈ? ਜਿਹੜਾ ਹਾਥੀ ਕਾਂ ਵਾਸ਼ਨਾਵਾਂ ਕਰਕੇ ਗੁਲਾਮ ਹੋ ਗਿਆ। ਇੱਥੇ ਪੰਜਾਂ ਦਾ ਨਾਂ ਲਿਆ, ਮ੍ਰਿਗ ਹਿਰਨ, ਮ੍ਰਿਗ ਮੀਨ ਮੱਛੀ, ਭਰਿੰਗ ਭੌਰਾ ਪਤੰਗਾ ਤੇ ਹਾਥੀ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਹਾਥੀ ਏਕ ਦੋਖ। ਇਹਨਾਂ ਸਾਰਿਆਂ 'ਚ ਇੱਕ ਇੱਕ ਐਬ ਆ। ਤੇ ਭਗਤ ਰਵਿਦਾਸ ਜੀ ਕਹਿੰਦੇ ਇਹਨਾਂ ਦੀ ਇਹ ਹਾਲਤ ਆ, ਪੰਚ ਦੋਖ ਅਸਾਧ ਜਾਮੇ। ਉਹ ਬੰਦਿਆ ਤੇਰੇ ਤੇ ਇਕੱਲੇ 'ਚ ਹੀ ਪੰਜ ਆ, ਇਹਨਾਂ ਸਾਰਿਆਂ 'ਚ ਇੱਕ ਇੱਕ ਆ ਤੇ ਇਹਨਾਂ ਦੀ ਇਹ ਹਾਲਤ ਆ, ਤੇ ਤੇਰੇ ਇਕੱਲੇ 'ਚ ਹੀ ਪੰਜੇ ਹੈਗੇ ਆ। ਇਹਦਾ ਮਤਲਬ ਬੰਦੇ 'ਚ ਪੰਜੇ ਕਿੱਦਾਂ? ਬੰਦੇ ਨੂੰ ਸੁਣਨ ਦਾ ਵੀ ਚਸਕਾ ਹੈਗਾ, ਇਹ ਹਿਰਨ ਦੀ ਜੂਨ ਵੀ ਭੋਗ ਰਿਹਾ, ਤੇ ਬੰਦੇ ਨੂੰ ਜ਼ੁਬਾਨ ਦਾ ਚਸਕਾ ਵੀ ਹੈਗਾ। ਕਿੰਨੇ ਲੋਕ ਅੱਜ ਹੌਸਪੀਟਲਾਂ 'ਚ ਪਏ ਆ ਜਿਨ੍ਹਾਂ ਨੂੰ ਡਾਕਟਰਾਂ ਨੇ ਮਨਾ ਕੀਤਾ ਵੀ ਆਹ ਚੀਜ਼ ਨਹੀਂ ਖਾਣੀ, ਪਰ ਚਸਕਾ 60-70 ਹਜ਼ਾਰ ਰੁਪਇਆ ਲੱਖ ਸੈਲਰੀ ਹੋਣ ਤੋਂ ਬਾਅਦ ਵੀ ਚਸਕੇ ਰਿਸ਼ਵਤ ਲੈਣ ਲਈ ਮਜਬੂਰ ਕਰ ਦਿੰਦੇ ਨੇ, ਜੇਲ੍ਹਾਂ 'ਚ ਬੈਠੇ ਨੇ। ਮੱਛੀ ਨੂੰ ਪਾਣੀ 'ਚੋਂ ਬਾਹਰ ਕੌਣ ਕੱਢ ਸਕਦਾ ਸੀ, ਪਰ ਆ ਗਈ ਬਾਹਰ ਆਪਣੇ ਚਸਕੇ ਕਰਕੇ। ਹੁਣ ਬੰਦੇ ਦੇ ਅੰਦਰ ਚਸਕੇ ਵੀ ਹੈਗੇ ਆ, ਬੰਦੇ ਨੂੰ ਵੇਖਣ ਦਾ ਵੀ ਹੈਗਾ, ਭੌਰੇ ਵਾਲੀ ਜੂਨ ਵੀ ਭੋਗ ਰਿਹਾ, ਬੰਦੇ ਨੂੰ ਸੂੰਘਣ ਸ਼ਕਤੀ ਵੀ ਹੈਗੀ ਆ, ਤੇ ਕਾਮ ਵਾਸ਼ਨਾਵਾਂ ਹਾਥੀ ਦੀ ਜੂਨ ਵੀ ਭੋਗ ਰਿਹਾ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ। ਉਹ ਬੰਦਿਆ ਤੇਰੇ ਕੱਲੇ 'ਚ ਪੰਜੇ ਆ ਤਾਂ ਕੀ ਕੇਤਕਾਸ, ਮਲਣ ਭਈ ਮਤ ਮਾਧਵਾ ਤੇਰੀ ਗੱਤ ਲਖੀ ਨਾ ਜਾਏ। ਹੇ ਮੇਰੇ ਮਾਲਕ ਜੀ, ਮਤ ਮੈਲੀ ਹੋ ਗਈ, ਹੁਣ ਤੇਰੀ ਗੱਤ ਤੇਰੀ ਸਮਝ ਨਹੀਂ ਪੈ ਰਹੀ। ਕਿਉਂ? ਪੁਰਾਣਾ ਸਮਾਂ ਹੁੰਦਾ ਸੀ ਨਾ, ਲਾਂਟਣਾ ਹੁੰਦੀਆਂ ਸੀ, ਹੁਣ ਤਾਂ ਨਹੀਂ ਹੈਗੀਆਂ। ਕਿਸੇ ਪੁਰਾਣੇ ਘਰ 'ਚ ਕਿਸੇ ਨੇ ਭਾਵੇਂ ਸਾਂਭ ਕੇ ਰੱਖੀ ਹੋਵੇ, ਲਾਂਟਣਾ ਵੇਖੀਆਂ ਹੋਣੀਆਂ ਸਾਰੀਆਂ ਬਜ਼ੁਰਗਾਂ ਨੂੰ, ਤੇ ਪਤਾ ਵੱਡੀ ਉਮਰ ਦਿਆਂ ਨੂੰ। ਅਜੇ ਕੱਲ੍ਹ ਦੀਆਂ ਗੱਲਾਂ। ਲਾਈਟ ਆਈ 1960 ਵਿੱਚ, ਉਸ ਤੋਂ ਪਹਿਲਾਂ ਤਾਂ ਲਾਈਟ ਆਈ ਨਹੀਂ ਸੀ। 1960 ਵਿੱਚ ਪਹਿਲੀ ਵਾਰ ਲਾਈਟ ਆਈ ਹੈ। ਉਸ ਤੋਂ ਪਹਿਲਾਂ ਤਾਂ ਦੀਵੇ ਲੋਕ ਘਰਾਂ 'ਚ ਆਮ ਬਾਲਦੇ ਸੀ, ਲਾਂਟਣਾ ਹੁੰਦੀਆਂ ਸੀ ਆਪਣੇ ਘਰਾਂ 'ਚ ਆਮ ਹੀ। ਤੇ ਜਦੋਂ ਸ਼ਾਮਾਂ ਪੈਣੀਆਂ, ਜਿਹੜੇ ਘਰ ਦੀ ਮਾਂ ਹੋਣੀ, ਘਰ ਦੀ ਸਵਾਣੀ ਹੋਣੀ, ਮਾਤਾ ਹੋਣੀ, ਉਹਨੇ ਕਹਿਣਾ, ਪੁੱਤਰ ਧੀਏ ਆਹ ਕੱਪੜਾ ਲੈ ਕੇ ਨਾ ਇਹ ਲਾਂਟਣ ਦੀ ਚਿਮਣੀ ਸਾਫ਼ ਕਰ ਦੇ, ਯਾਨੀ ਕਿ ਸੀਸਾ ਸਾਫ਼ ਕਰ ਦੇ। ਕਾਹਦੇ ਲਈ ਭਲਾ? ਵੀ ਜੇ ਸੀਸਾ ਸਾਫ਼ ਨਾ ਕੀਤਾ ਤੇ ਜਿਹੜਾ ਆਪਾਂ ਇਹ ਜਗਾਉਣੀ ਆ, ਇਹਦਾ ਚਾਨਣ ਬਾਹਰ, ਬੋਲੋ ਸਾਰੇ, ਨਹੀਂ ਆਉਣਾ। ਵੀ ਜੇ ਆਪਾਂ ਚਾਹੁੰਦੇ ਹਾਂ ਵੀ ਇਹਦਾ ਚਾਨਣ ਬਾਹਰ ਆਵੇ ਤੇ ਇਹਦਾ ਸੀਸਾ ਗਲਾਸ ਸਾਫ਼ ਕਰਨਾ ਪੈਣਾ ਹੈ। ਹੁਣ ਇਹ ਗੱਲ ਕਿੱਡੀ ਡੂੰਘੀ ਗੱਲ ਕਾ ਕੇ ਭਗਤ ਰਵਿਦਾਸ ਜੀ ਕਹਿੰਦੇ, ਇੱਦਾਂ ਹੀ ਬੰਦੇ ਦੇ ਅੰਦਰ ਪਰਮੇਸ਼ਰ ਦੀ ਜੋਤ ਜਗਦੀ ਆ, ਪਰ ਇਹਦੀ ਮੱਤ ਦਾ ਸੀਸਾ ਕਾਲਾ, ਇਹਦੇ ਮਨ ਦਾ ਸੀਸਾ ਕਾਲਾ ਹੋ ਗਿਆ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ। ਤਾਈਓ ਭਰਾ ਨੂੰ ਰੱਬ ਨਹੀਂ ਦਿਸ ਰਿਹਾ, ਧੀ 'ਚ ਨਹੀਂ ਦਿਸ ਰਿਹਾ, ਘਰ ਵਾਲੀ 'ਚ ਨਹੀਂ ਦਿਸ ਰਿਹਾ, ਦੋਸਤ ਵਿੱਚ ਨਹੀਂ ਦਿਸ ਰਿਹਾ। ਤਾਈਓ ਮਾਰਨ ਨੂੰ ਨਹੀਂ ਫਿਰਦਾ ਬੰਦਾ ਵੀ ਇਹਨੂੰ ਨਿਚੋੜ ਲਵਾਂ ਬਸ, ਇਹ ਸੁੱਕਾ ਜਾਊ ਕਿੱਦਾਂ? ਕਿਉਂਕਿ ਉੱਦਾਂ ਕਹੀ ਜਾਂਦਾ ਰੱਬ ਸਾਰਿਆਂ 'ਚ ਵੱਸਦਾ। ਜੇ ਸਾਰਿਆਂ 'ਚ ਵੱਸਦਾ, ਠੱਗੀ ਮਾਰ ਲੱਗਿਆ ਰੱਬ ਨਹੀਂ ਦੱਸਿਆ ਤੈਨੂੰ ਭੱਲਿਆ ਉਹਦੇ ਨਾਲ? ਜਦੋਂ ਤੂੰ ਉਹਦੇ ਨਾਲ ਧੋਖਾ ਕਰ ਰਿਹਾ ਸੀ, ਉਦੋਂ ਤੈਨੂੰ ਪਰਮੇਸ਼ਰ ਨਾ ਦੱਸਿਆ ਵੀ ਪਰਮੇਸ਼ਰ ਤੇ ਇਹਦੇ ਵਿੱਚ ਵੀ ਹੈਗਾ? ਹੁਣ ਹਜ਼ੂਰ ਨੇ ਕਿੰਨੀਆਂ ਪਿਆਰੀਆਂ ਗੱਲਾਂ ਕਹਿ ਕੇ ਅੱਜ ਸਾਰਾ ਕੁਝ ਬੰਦੇ ਕੋਲ ਹੋਣ ਤੋਂ ਬਾਅਦ ਵੀ ਇਨਸਾਨ ਬੇਚੈਨ ਕਿਉਂ ਆ ਭਲਾ? ਕਦੀ ਸੋਚ ਕੇ ਵੇਖਿਆ? ਚਲੋ ਆਪਾਂ ਕਹਾਂਗੇ ਪੁਰਾਣੇ ਸਮੇਂ ਦੇ ਵਿੱਚ ਸਾਧਨ ਨਹੀਂ ਸੀ ਹੈਗੇ, ਆ ਕਿੱਡੇ ਕਮਾਲ ਦੇ ਸਾਧਨ ਆ ਗਏ ਜੀ। ਬਾਹਰ ਗਰਮੀ, ਅੰਦਰ ਏਅਰ ਕੰਡੀਸ਼ਨ ਲੱਗਾ। ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਵਿਚਾਰਿਆਂ ਫੜੇ ਗਏ ਆ, ਜਿਨ੍ਹਾਂ ਵਿਚਾਰਿਆਂ ਨੇ ਗਰਮੀਆਂ ਦੇ ਵਿੱਚ। ਹੁਣ ਤਾਂ ਮੇਰੀਆਂ ਭੈਣਾਂ ਨੂੰ ਕਿੰਨਾ ਸੌਖਾ ਹੈ, ਪੱਥਰ ਲੱਗੇ ਘਰਾਂ 'ਚ, ਟਾਈਲਾਂ ਲੱਗੀਆਂ, ਉਹ ਵੀ ਘਰ 'ਚ ਇੱਕ ਅੱਧੀ ਕੰਮ ਵਾਲੀ ਆ ਜਾਂਦੀ। ਮਾਵਾਂ ਨੇ ਪੋਚੇ ਫੇਰੇ ਘਰਾਂ 'ਚ, ਕਈ ਵਾਰੀ ਪੋਚਾ ਫੇਰ ਕੇ ਹਟਣਾ, ਉਧਰੋਂ ਮੀਂਹ ਆ ਜਾਣਾ ਤੇ ਰੋੜ ਕੇ, ਬੋਲੋ ਮੇਰੀਓ ਭੈਣੋ, ਫੇਰ ਲੈ ਜਾਣਾ। ਅੱਜ ਮੀਂਹ ਪੈ ਰਿਹਾ ਤੇ 5 ਮਿੰਟਾਂ ਬਾਅਦ ਪਤਾ ਨਹੀਂ ਲੱਗਦਾ ਘਰ 'ਚ ਮੀਂਹ ਪਿਆ ਕਿ ਨਹੀਂ ਪਿਆ। ਪੱਥਰ ਲੱਗੇ ਆ, ਸੋਹਣੀਆਂ ਟਾਈਲਾਂ ਲੱਗੀਆਂ, ਪਰ ਬੰਦਾ ਫੇਰ ਵੀ ਦੁਖੀ ਆ, ਫੇਰ ਵੀ ਕਲਪਿਆ ਪਿਆ। ਪੁਰਾਣੇ ਸਮੇਂ ਨਾਲ ਉਹ ਸਾਧਨ, ਜੇ ਆਪਾਂ ਪਦਾਰਥਾਂ ਨਾਲ ਹੀ ਸੁੱਖ ਦੀ ਗੱਲ ਕਰਨੀ, ਜਿੰਨੇ ਪਦਾਰਥ ਵਧੇ ਬੰਦਾ ਤਾਂ ਸੁਖੀ ਹੋਣਾ ਚਾਹੀਦਾ ਸੀ। ਕਦੀ ਪੈਦਲ ਤੁਰ ਕੇ ਵੀ ਹੱਸਦੇ ਸੀ, ਬਾਅਦ ਵਿੱਚ ਸਾਈਕਲ ਚਲਾਉਣ ਵਾਲੇ ਵੀ ਹੱਸਦੇ ਸੀ। ਅੱਜ ਗੱਡੀਆਂ 'ਚ ਖਿੱਚੀ ਜਾਂਦੇ ਅਸੀਂ। ਮੈਨੂੰ ਰਾਹ ਨਾ ਮਿਲੇ ਮੈਂ ਮਾਰਨ ਪੈਣਾ, ਮੈਨੂੰ ਰਾਹ ਨਾ ਮਿਲਿਆ। 4 ਦਿਨ ਪਹਿਲਾਂ ਸੀ ਨਾ,
ਪੁਲਿਸ ਮੁਲਾਜ਼ਮ ਆ ਰਹੇ ਸੀ, ਉਹਨਾਂ ਨੂੰ ਕਿਤੇ ਰਾਹ ਨਾ ਟਰੈਕਟਰ ਵਾਲੇ ਦਿੱਤਾ, ਉਤਰ ਕੇ ਤੇ 4 ਚਪੇੜਾਂ ਮਾਰ ਲਵੇ। ਪਤਾ ਨਹੀਂ ਗਰੀਬ ਕਿੱਥੋਂ ਆਇਆ, ਪਤਾ ਨਹੀਂ ਉਹਨੂੰ ਪਾਣੀ ਮਿਲਿਆ ਕਿ ਨਹੀਂ ਮਿਲਿਆ, ਪਤਾ ਨਹੀਂ ਵਿਚਾਰਾ ਕਿੱਥੋਂ ਘਰੋਂ ਤੁਰਿਆ। ਵੱਡੇ ਅੱਗੇ ਅਸੀਂ ਮਾਫ਼ ਕਰਨਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਵੱਡਿਆਂ ਦੀਆਂ ਅਸੀਂ ਚਪਲਾਂ ਝਾੜਦੇ ਹਾਂ, ਗਰੀਬਾਂ ਦੇ ਰੋਹ ਪਾਉਂਦੇ। ਸਾਡੇ ਸਮਾਜ 'ਚ ਇਹੋ ਕੁਝ ਹੋ ਰਿਹਾ। ਮਾਤੜ ਬੰਦਾ ਮਿਲ ਜਾ ਤੇ ਅਸੀਂ ਉਹਦੇ ਗਲ ਪੈ ਜਾਂਦੇ ਹਾਂ, ਤਗੜਾ ਬੰਦਾ ਮਿਲ ਜਾ ਤੇ ਉਹਦੀ ਕਾਰ ਦੀ ਗਾਂਹ ਹੋ ਕੇ ਬਾਰੀ ਖੋਲ੍ਹਦੇ ਹਾਂ ਅਸੀਂ। ਇਨਸਾਨ ਤੇ ਇਨਸਾਨ ਹੀ ਹੈ ਨਾ। ਜੇ ਤੇਰੇ ਵਿੱਚ ਜ਼ੁਰਤ ਸੀ, ਜਿੱਦਣ ਕੋਈ ਬੰਦਾ ਲੀਡਰ ਗਲਤ ਸੀ, ਉਹਦੀਆਂ ਅੱਖਾਂ 'ਚ ਅੱਖਾਂ ਗੱਲ ਕਰਦਾ, ਉਦਣ ਤੇ ਅਸੀਂ ਉਹਦੇ ਗਾੜੀ ਪੂਛ ਮਾਰੀ ਗਏ। ਅੱਜ ਗੱਲ ਆਈ ਕਿਸੇ ਮਾਤੜ ਦੀ, ਤੇ ਮਾਤੜ ਅਜੇ ਗਲਤ ਵੀ ਨਹੀਂ ਸੀ, ਸਿਰਫ ਇੰਨਾ ਸੀ ਵੀ ਉਹ ਵਿਚਾਰਾ ਗਰੀਬ ਸੀ। ਗਰੀਬ ਹੋਣ ਕਰਕੇ ਤੁਸੀਂ ਉਹ 'ਤੇ ਰੋਹ ਪਾਉਣਾ ਸ਼ੁਰੂ ਕਰਤਾ। ਸਮਾਜ ਖੋਖਲਾ ਹੈ। ਅੱਜ ਸਾਡੇ ਬੱਚੇ ਲੱਖਾਂ ਰੁਪਈਆ ਲਾ ਕੇ ਵਿਦੇਸ਼ਾਂ ਨੂੰ ਕਿਉਂ ਭਜਦੇ ਨੇ? ਉੱਥੇ ਛੋਟੇ ਤੋਂ ਛੋਟੇ ਕੰਮ ਕਰਨ ਵਾਲੇ ਦੀ ਰਿਸਪੈਕਟ ਹੈ, ਉਹਨੂੰ ਉਨੀ ਇੱਜ਼ਤ ਨਾਲ ਵੇਖਦੇ ਅਸੀਂ। ਜੇ ਉਹ ਕੋਈ ਰੋਡ 'ਤੇ ਕੰਮ ਕਰ ਰਿਹਾ ਨਾ, ਕਾਰ ਚਲਾਉਣ ਵਾਲਾ ਨਾ, ਉਹਨੂੰ ਇੱਜ਼ਤ ਦੀ ਨਜ਼ਰ ਨਾਲ ਵੇਖ ਕੇ ਜਾਂਦਾ, ਉਹਨੂੰ ਇੱਜ਼ਤ ਦੀ ਨਜ਼ਰ ਨਾਲ ਵੇਖ ਕੇ ਜਾਂਦਾ ਵੀ ਇਹ ਰਾਤ ਰੋਡ ਬਣਾ ਰਿਹਾ ਵਾ ਤੇ ਕਾਰ ਮੇਰੀ ਚੱਲਣੀ ਹੈ। ਅਸੀਂ ਕਿੱਦਾਂ ਵੇਖ ਕੇ ਜਾਣੇ ਭਲਾ? ਅਸੀਂ ਕਾਰ ਲੈ ਕੇ ਜਾ ਰਹੀ ਹੋ, ਕੋਈ ਰੋਡ 'ਤੇ ਪੱਥਰ ਪਾ ਰਿਹਾ ਹੋਵੇ, ਕੋਈ ਗਰੀਬ ਵਿਚਾਰਾ ਸਿਰ 'ਤੇ ਟੋਕਰੀ ਚੁੱਕੀ ਹੋਵੇ, ਅਸੀਂ ਉਹਨੂੰ ਘਿਰਣਾ ਨਾਲ ਵੇਖਦੇ ਹਾਂ, ਅਸੀਂ ਉਹਨੂੰ ਬੜੀ ਮਾੜੀ। ਹੁਣ ਦੂਰ ਕੀ ਜਾਣਾ, ਸਾਡੇ ਘਰਾਂ 'ਚ ਬੀਬੀਆਂ ਗੋਹੇ ਸੁੱਟਦੀਆਂ, ਸਾਡੇ ਖੇਤਾਂ 'ਚ ਕੰਮ ਕਰਨ ਵਾਲਾ, ਅਸੀਂ ਉਹਨੂੰ ਕਿੰਨੀ ਕੁ ਰਿਸਪੈਕਟ ਨਾਲ ਵੇਖਦੇ ਹਾਂ। ਜੇ ਅਸੀਂ ਇੰਨੀ ਰਿਸਪੈਕਟ ਨਾਲ ਵੇਖੀਏ, ਦੇਹਧਾਰੀ ਬਾਬਿਆਂ ਅੱਗੇ ਕਾਜੂ ਬਦਾਮ ਰੱਖਦੇ ਹਾਂ, ਤੇ ਖੇਤਾਂ 'ਚ ਕੰਮ ਕਰਨ ਵਾਲੇ ਵਾਸਤੇ ਕਈ ਵਾਰੀ ਅਸੀਂ ਸਬਜ਼ੀ 'ਚ ਵੀ ਵਿਤਕਰਾ ਕਰ ਲੈਂਦੇ ਹਾਂ ਵੀ ਅੱਜ ਸ਼ਾਹੀ ਪਨੀਰ ਬਣਿਆ, ਉਹਨੂੰ ਦਾਲ ਨਾਲ ਰੋਟੀ ਦੇ ਦਿਓ। ਕੋਈ ਟਾਵਾਂ ਟੱਬਰ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲੇ ਵਾਸਤੇ ਇਹ ਸੋਚਦਾ ਇਹਦੇ ਹੱਥਾਂ ਨਾਲ ਪਾਈਆਂ ਹੋਈਆਂ ਮੱਝਾਂ ਨੂੰ ਜਿਹੜੇ ਪੱਠੇ ਆ, ਉਹਦੀ ਬਦੌਲਤ ਸਾਡੇ ਘਰ 10 ਲੀਟਰ ਦੁੱਧ ਆ, ਪਹਿਲਾਂ ਰੋਟੀ ਵਧੀਆ ਇਹਨੂੰ ਦਿਓ, ਇਹਨੂੰ ਇੱਜ਼ਤ ਨਾਲ ਰੋਟੀ ਦਿਓ, ਇਹਨੂੰ ਵਧੀਆ ਰੋਟੀ ਦਿਓ, ਕਿਉਂਕਿ ਇਹ ਵਿਚਾਰਾ ਖੇਤਾਂ 'ਚ ਕੰਮ ਕਰਦਾ ਤਾਂ ਸਾਡੀਆਂ ਮੱਝਾਂ 4 ਲੀਟਰ ਦੁੱਧ। ਬੋਲੋ ਸਾਰੇ ਜੀ ਵੱਧ। ਇਹ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਕਹਿਣਾ ਸੌਖਾ ਹੈ, ਜਿੱਦਣ ਇਹਨੂੰ ਅਸੀਂ ਆਪਣੇ ਪਿੰਡੇ ਤੇ ਹੰਡਾਵਾਂਗੇ ਉਦੋਂ ਸਮਝ ਆਉਣੀ ਹੈ। ਕਿਰਤੀ ਬੰਦੇ ਦੀ, ਜਿਹੜਾ ਖੇਤਾਂ 'ਚ ਵੀ ਕੰਮ ਕਰਦਾ, ਤੁਹਾਡੇ ਘਰ ਗੋਹਾ ਸੁੱਟਣ ਵਾਲੀ ਜਿਹੜੀ ਬੀਬੀ ਹੈ, ਕਦੇ ਆਪਣੇ ਹੱਥੀਂ ਉਹਨੂੰ ਆਪਣੇ ਹੱਥੀਂ ਚਾਹ ਬਣਾ ਕੇ ਪਿਓ, ਭੈਣੇ ਆ ਪਹਿਲਾਂ ਚਾਹ ਪੀ, ਪ੍ਰਸ਼ਾਦਾ ਛਕ, ਤੇਰੇ ਹੱਥਾਂ 'ਚੋਂ ਗੋਹਾ ਨਹੀਂ ਨਿਕਲਦਾ, ਤੂੰ ਕੰਮ ਕਰਦੀ ਹੈ। ਅਸੀਂ ਵੇਲੜਾਂ ਦੀ ਪੂਜਾ ਕਰਦੇ ਹਾਂ ਤੇ ਕਿਰਤੀ ਬੰਦਿਆਂ ਨਾਲ ਨਫ਼ਰਤ ਕਰਦੇ ਹਾਂ, ਚਾਹੁੰਦੇ ਹਾਂ ਸਮਾਜ ਸਾਡਾ ਤਰੱਕੀ ਕਰ ਜੂ। ਕਿੱਥੋਂ ਕਰ ਜੂ ਤਰੱਕੀ? ਉਦੋਂ ਹੋਏਗੀ ਜਿੱਦਣ ਅਸੀਂ ਕਿਰਤੀ ਬੰਦੇ ਨੂੰ ਸਤਿਕਾਰ ਨਾਲ ਵੇਖਣਾ, ਬੋਲੋ ਸਾਰੇ, ਸ਼ੁਰੂ ਕਰ ਦਿੱਤਾ। ਉਹਨੂੰ ਮਾਣ ਹੋਵੇ ਮੇਰੀ ਕਿਰਤ ਮਾੜੀ ਨਹੀਂ, ਕਿਰਤ ਇੱਥੇ ਵੀ ਵਿਦੇਸ਼ਾਂ ਵਾਲੀ ਆ, ਕਿਰਤ ਵਿੱਚ ਕੋਈ ਫਰਕ ਨਹੀਂ। ਫਰਕ ਕਾਹਦਾ? ਫਰਕ ਸਾਡੀ ਸੋਚ ਦਾ ਹੈ। ਸੋਚ ਬਦਲੀਏ। ਇਹੋ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚ ਬਦਲੀ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ, ਜਿਹਨਾਂ ਨੂੰ ਲੋਕ ਡੂਮ ਤੇ ਮਰਾਸੀ ਕਹਿੰਦੇ ਸਨ। ਬਾਬੇ ਨੇ ਆਖਿਆ, ਉਹ ਜਿਹਨੂੰ ਤੁਸੀਂ ਦਲਿਤ ਕਹਿੰਦੇ ਹੋ ਨਾ, ਜਦੋਂ ਰਬਾਬ ਛੇੜਦਾ ਕਈਆਂ ਦੇ ਜਿਹੜੇ ਪੱਥਰ ਹਿਰਦੇ ਆ ਉਹ ਵੀ ਮੋਮ ਬਣ ਜਾਂਦੇ ਆ, ਸੱਚ ਦੀ ਵਿਚਾਰ ਨਾਲ ਤੁਰਦੇ ਆ। ਅੱਜ ਜਾਤ ਪਾਤ ਵਹਿਮ ਭਰਮ ਪਤਾ ਨਹੀਂ ਕਿੰਨਾ ਕੁਝ ਅਸੀਂ ਆਪਣੇ ਸਮਾਜ 'ਤੇ ਲੱਦੀ ਫਿਰਦੇ ਹਾਂ। ਉਹ ਗੁਰੂ ਗ੍ਰੰਥ ਸਾਹਿਬ ਜ਼ਿਮੀਂਦਾਰਾਂ ਦੇ ਗੁਰਦੁਆਰੇ ਹੈ, ਉਹ ਮਜ਼੍ਹਬੀ ਸਿੱਖਾਂ ਦੇ ਗੁਰਦੁਆਰੇ ਹੈ। ਅਸੀਂ ਨਾਂ ਪਕਾ ਤੇ ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਹੈ। ਬਾਣੀ ਉਹੋ ਹੀ ਹੈ। ਭਗਤ ਰਵਿਦਾਸ ਜੀ ਵੀ ਉਹ 'ਚ ਬੈਠੇ ਆ, ਭਗਤ ਕਬੀਰ ਜੀ ਵੀ ਬੈਠੇ ਆ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਕੋਹਾਂ ਦੂਰ ਹਾਂ। ਲੋੜ ਸਾਨੂੰ ਕੀ ਆ? ਆਪਣੇ ਪਰਿਵਾਰਾਂ 'ਚੋਂ, ਆਪਣੇ ਸਮਾਜ ਵਿੱਚੋਂ ਇਹ ਗੱਲਾਂ ਸ਼ੁਰੂ ਕਰਨ ਦੀ, ਆਪਣੀ ਜ਼ਿੰਦਗੀ ਵਿੱਚ ਇਹ ਗੱਲਾਂ ਲਾਗੂ ਕਰਨ ਦੀ। ਕਿ ਗੁਰਦੇਵ ਨੇ ਕਿੰਨੇ ਪਿਆਰੇ ਹਵਾਲੇ ਦੇ ਕੇ ਸਮਝਾਇਆ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਪਾਤਸ਼ਾਹ ਜੀ ਕਹਿੰਦੇ ਤਿਚਰ ਵਸੈ ਸੁਹੇਲੜੀ। ਆ ਜਿਹੜੀ ਕਾਇਆ ਨਾ ਉਦੋਂ ਤੱਕ ਸੁਖੀ ਵਸਦੀ ਆ ਜਿਚਰ ਸਾਥੀ ਨਾਲ। ਸਾਥੀ ਕੌਣ ਹੈ? ਕੰਤ, ਅਕਾਲ ਪੁਰਖ, ਰੱਬੀ ਗੁਣ। ਜਦੋਂ ਤੱਕ ਬੰਦੇ 'ਚ ਗੁਣ ਵਸਦੇ ਆ ਨਾ, ਕਾਇਆ ਸੁਖੀ ਆ, ਹੱਥ ਸੁਖੀ ਆ, ਸਾਡੇ ਇਕੱਲੇ ਇਕੱਲੇ ਸਰੀਰ ਦੇ ਅੰਗ ਸੁਖੀ ਆ। ਜਦੋਂ ਇਹਦੇ ਵਿੱਚੋਂ ਗੁਣ ਨਿਕਲ ਜਾਣ, ਸੁਖੀ ਹੈ ਨਾ। ਬੰਦੇ 'ਚ ਗੁਣ ਹੋਣ ਨਾ, ਸਾਰੇ ਟੱਬਰ ਦਾ ਭਾਰ ਚੁੱਕਦਾ। ਗੁਣ ਨਿਕਲ ਜਾਣ ਨਾ, ਨਸ਼ੇ ਕਰਨ ਵਾਲੇ ਵੇਖਿਆ 5-5 10-10 ਰੁਪਏ ਲੋਕਾਂ ਕੋਲੋਂ ਮੰਗਦੇ ਫਿਰਦੇ। ਗੁਣ ਨਿਕਲ ਗਏ ਨਾ। ਮੱਝ 50-60 ਹਜ਼ਾਰ ਦੀ ਲਿਆਂਦੀ ਹੋਵੇ, ਦੁੱਧ ਦਿੰਦੀ ਹੋਵੇ, ਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਨੂੰ ਪੱਠੇ ਪਾਈਦੇ ਆ। ਰਾਤ ਵੀ ਖੁਰਲੀ ਭਰ ਕੇ ਸੌਂਦਾ। ਤੇ ਜੇ ਗਾਂ ਮੱਝ ਦੁੱਧ ਨਾ ਦਿੰਦੀ ਹੋਵੇ ਤਾਂ ਰਸਾ ਆਪੇ ਵੀ ਉਹਦੇ ਗਲੋਂ ਲਾਹ ਦੇਈਦਾ ਹੈ। ਦੁੱਧ ਬਿਨ ਧੇਨ ਪੰਖ ਬਿਨ, ਬੋਲੋ ਸਾਰੇ, ਪੰਖ ਬਿਨ।
ਕਮਾਊ ਪੁੱਤ ਨਸ਼ਾ ਨਾ ਕਰਦਾ ਹੋਵੇ, 10 ਮਿੰਟ ਲੇਟ ਹੋਵੇ, ਮਾਂ ਰੋਟੀ ਨਹੀਂ ਖਾਂਦੀ। ਘਰ ਵਾਲੀ ਨੂੰ ਬਾਰ-ਬਾਰ ਕਹੀ ਜਾਂਦੀ ਆ, ਪੋਤਰੇ ਦੋਤੇ ਦੋਤੀਆਂ ਨੂੰ ਕਹੀ ਜਾਂਦੀ ਆ, ਫੋਨ ਲਾਓ ਡੈਡੀ ਕਿੱਥੇ ਆ। ਤੇ ਜੇ ਨਸ਼ਾ ਕਰਦਾ ਹੋਵੇ, ਭਾਵੇਂ ਰਾਤ ਵੀ ਨਾ ਹੋਵੇ, ਰੋਜ਼ ਥੋੜ੍ਹਾ ਮਾਂ ਭੁੱਖੀ ਸੋਏਗੀ। ਫਿਰ ਉਹ ਤਾਂ ਰਿਸ਼ਤੇਦਾਰ ਪੁੱਛੇਗਾ ਜੀ ਆਇਆ ਨਹੀਂ ਫਲਾਣਾ, ਕਹਿੰਦਾ ਰੋਜ਼ ਦਾ ਕੰਮ ਇਹਦਾ, ਕਦੀ ਆਉਂਦਾ ਕਦੀ ਆਉਂਦਾ ਹੀ ਨਹੀਂ। ਉਹ ਵੀ ਮਾਂ ਨੇ ਪੈਦਾ ਕੀਤਾ, ਪਰ ਫਰਕ ਇਹ ਹੈ ਉਹ 'ਚ ਗੁਣ ਵਾ, ਇਹ 'ਚ ਗੁਣ ਨਹੀਂ ਆ। ਇਹ ਆਣ ਕੇ ਪੁੱਛਦਾ ਵਾ ਮਾਂ ਠੀਕ ਹੈ, ਮਾਂ ਦਵਾਈ ਤਾਂ ਨਹੀਂ ਲੈਣੀ, ਉਹ ਪੁੱਛਦਾ ਨਹੀਂ। ਫਰਕ ਇੰਨਾ। ਅਸੀਂ ਇਨਸਾਨ ਗੁਣਾ ਕਰਕੇ ਆ, ਜੇ ਗੁਣ ਨਾ ਹੋਏ ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਕਾਹਦਾ ਇਨਸਾਨ ਰਹਿ ਗਿਆ। ਤਿੱਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ। ਜਦੋਂ ਤੇਰੇ ਵਿੱਚੋਂ ਰੱਬੀ ਗੁਣ ਹੀ ਬਾਹਰ ਨਿਕਲ ਗਿਆ ਤਾਂ ਧੰਨ ਖਾਕੂ ਰਾਲ, ਤੂੰ ਤੇ ਜਿਉਂਦਿਆਂ ਹੀ ਖਾਕ ਦੀ ਢੇਰੀ ਆ। ਤੈਨੂੰ ਕਿਹਨੇ ਪੁੱਛਣਾ ਬੰਦਿਆ, ਤੈਨੂੰ ਕਿਹਨੇ ਬੁਲਾਉਣਾ ਜਦੋਂ ਤੇਰੇ ਵਿੱਚੋਂ ਰੱਬੀ ਗੁਣ ਹੀ ਨਿਕਲ ਗਏ। ਜਿਚਰ ਵਸਿਆ ਕੰਤ ਘਰ, ਜਦੋਂ ਤੱਕ ਤੇਰੇ ਅੰਦਰ ਰੱਬੀ ਗੁਣ ਕੰਤ ਵਸਦੇ ਆ, ਜੀਓ ਜੀਓ ਸਭ ਕਹਾਤ, ਸਾਰੇ ਤੇਰੀ ਰਿਸਪੈਕਟ ਕਰਦੇ ਆ। ਤੁਸੀਂ ਵੇਖਿਆ ਬੰਦੇ ਦੇ ਗੁਣ ਹੋਣ ਤੇ ਕਿੰਨਾ ਸਤਿਕਾਰ ਹੁੰਦਾ ਉਹਦਾ। ਧੀ ਪੇਕੇ ਘਰ ਨਾ ਲਾਡਲੀ ਮੰਨੀ ਜਾਂਦੀ ਆ। ਭਾਈ ਗੁਰਦਾਸ ਜੀ ਕਹਿੰਦੇ ਨਹਿਰ ਕਹਿੰਦੇ ਪੇਕੇ ਘਰ ਨੂੰ, ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ। ਜਦੋਂ ਧੀ ਪੇਕੇ ਘਰ ਹੁੰਦੀ ਉਦੋਂ ਲਾਡਲੀ ਮੰਨੀ ਜਾਂਦੀ ਹੈ। 7 ਵਜੇ ਉੱਠੇ, 8 ਵਜੇ ਉੱਠੇ, ਸਬਜ਼ੀ ਬਣਾਉਣੀ ਆਉਂਦੀ ਹੈ, ਨਹੀਂ ਬਣਾਉਣੀ ਆਉਂਦੀ, ਕੋਈ ਗੱਲ ਨਹੀਂ, ਪੜਦਾ ਪੈ ਜੂ। ਪਰ ਵਿਆਹੇ ਸਸੁਰਾਲ ਜਾਏ ਗੁਣਨ ਕੇ ਮਾਨੀਏ, ਵਿਆਹੇ ਘਰ ਜਾ ਕੇ ਉਹਦੀ ਗੁਣਾਂ ਨਾਲ ਰਿਸਪੈਕਟ ਹੋਣੀ ਹੈ। ਜੇ ਗੁਣ ਪੱਲੇ ਹੋਏ ਤਾਂ ਇੱਜ਼ਤ ਹੋਏਗੀ, ਜੇ ਗੁਣ ਪੱਲੇ ਨਾ ਹੋਇਆ ਤੇ ਇੱਜ਼ਤ ਉਹਦੀ ਆਪਣੇ ਆਪ ਹੀ ਗਵਾ ਜਾਣੀ ਹੈ। ਉਹਦੀ ਇੱਜ਼ਤ ਉਹਦੇ ਗੁਣਾਂ ਕਰਕੇ ਆ, ਗੁਣਾਂ ਨੇ ਉਹਦੀ ਇੱਜ਼ਤ ਵਧਾਉਣੀ ਹੈ। ਨਹਿਰ ਕਹਿੰਦੇ ਪੇਕੇ ਘਰ ਨੂੰ, ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੇ ਮਾਨੀਏ। ਜਦੋਂ ਵਿਆਹਣੀ ਜਾਣੀ ਆ ਉਦੋਂ ਗੁਣਾਂ ਨਾਲ ਰਿਸਪੈਕਟ ਹੋਣੀ ਉਹਦੀ। ਉਦੋਂ ਇਹ ਵੀ ਨਹੀਂ ਵੇਖਿਆ ਜਾਣਾ ਵੀ ਇਹਦੇ ਕੋਲ ਸਾਜੋ ਸਮਾਨ ਕੀ ਆ। ਇਹ ਸਾਜੋ ਸਮਾਨ ਜਿਹੜਾ ਦਾਜ ਆਉਂਦਾ ਇਹ ਥੋੜ੍ਹਾ ਕੁ ਟਾਈਮ ਲਈ ਤਾਂ ਵਧੀਆ ਲੱਗਦਾ, ਪਰ ਜਿਹੜਾ ਅਸਲੀ ਦਾਜ ਹੁੰਦਾ ਉਹ ਗੁਣ ਹੁੰਦੇ ਆ। ਜਿਹੜਾ ਅਸਲੀ ਦਾਜ ਹੁੰਦਾ ਬੋਲਣ ਦਾ ਸਲੀਕਾ ਹੁੰਦਾ। ਇਸੇ ਨੂੰ ਆਖਿਆ ਸੀ ਗੁਰੂਦੇਵ ਜੀ ਨੇ, ਮੇਰੇ ਸਾਹਿਬਾ ਹੂੰ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਵਰ ਨਾ ਜਾਣਾ ਪਾਣੀ। ਕੱਢ ਕਸੀਦਾ ਪਹਿਰਾਂ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰਾਖੇ ਬੁਰਾ ਨਾ ਚਾਖੇ ਹੋਵੇਂ ਕੰਤ ਪਿਆਰੀ। ਸਾਧ ਸੰਗਤ ਜੀ ਮੇਰੀਆਂ ਭੈਣਾਂ ਨੂੰ ਪਤਾ ਹੋਣਾ, ਆਪਾਂ ਬਾਜ਼ਾਰੋਂ ਜਾਂਦੇ ਹਾਂ ਨਾ ਕੱਪੜੇ ਵਾਲੀ ਦੁਕਾਨ 'ਤੇ, ਇੱਕ ਕੱਪੜਾ 100 ਰੁਪਏ ਮੀਟਰ ਹੈ। ਉਸੇ ਕੱਪੜੇ ਉੱਤੇ ਕਸੀਦਾ ਕੱਢਿਆ ਜਾਏ ਨਾ, ਕਢਾਈ ਕੀਤੀ ਜਾਵੇ ਤੇ ਉਹ ਕੱਪੜਾ 250-300 ਰੁਪਏ ਮੀਟਰ ਹੋ ਜਾਂਦਾ ਹੈ। ਕੱਪੜਾ ਉਹੋ ਹੀ ਸੀ, ਪਰ ਜਿਹੜਾ ਕਸੀਦਾ ਸੀ ਉਹਨੇ ਕੱਪੜੇ ਦੀ ਕੀਮਤ ਵਧਾਤੀ। ਪਾਤਸ਼ਾਹ ਜੀ ਕਹਿੰਦੇ ਕੱਢ ਕਸੀਦਾ ਪਹਿਰੇ ਚੋਲੀ ਤਾਂ ਤੁਮ ਜਾਣੋ ਨਾਰੀ। ਮਨ ਦਾ ਕੱਪੜਾ ਸਾਰਿਆਂ ਕੋਲ ਇੱਕੋ ਜਿਹਾ ਹੀ ਹੈ, ਪਰ ਜਿਨ੍ਹਾਂ ਨੇ ਰੱਬੀ ਗੁਣ ਦਾ ਕਸੀਦਾ ਕੱਢ ਲਿਆ ਇਸ ਮਨ ਕੱਪੜੇ ਤੇ, ਉਹਨਾਂ ਦੀ ਕੀਮਤ ਆਪਣੇ ਆਪ ਹੀ ਵੱਧ ਜਾਂਦੀ ਹੈ। ਪਰ ਕਸੀਦਾ ਆਪ ਕੱਢਣਾ ਪੈਣਾ, ਗੁਣ ਆਪ ਪੈਦਾ ਕਰਨੇ ਪੈਣੇ ਨੇ। ਇਸ ਕਰਕੇ ਹਜ਼ੂਰ ਇੱਥੇ ਸਮਝਾਉਂਦੇ ਨੇ, ਤਿੱਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਿਚਰ ਵਸਿਆ ਕੰਤ ਘਰ, ਜਦੋਂ ਤੱਕ ਕੰਤ ਵਸਦਾ, ਸੱਚ ਸਭਨਾ ਕਾ ਖਸਮ ਹੈ। ਜਦੋਂ ਤੱਕ ਸੱਚ ਰੂਪੀ ਕੰਤ ਵਸਦਾ, ਜੀਓ ਜੀਓ ਸਭ। ਰਿਸਪੈਕਟ ਸੱਚ ਦੀ ਹੁੰਦੀ ਹੈ ਜੀ। ਸੱਚੇ ਮਾਰਗ ਚੱਲਦੇ ਹਾਂ, ਸਾਰੇ ਬੋਲੋ ਪਿਆਰਿਓ, ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੈ ਜਹਾਨ। ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਜਦੋਂ ਤੱਕ ਕੰਤ ਵਸਦਾ ਸਾਰੇ ਜੀਓ ਜੀਓ ਕਹਿੰਦੇ ਆ। ਜਾਂ ਉੱਠੀ ਚਲਸੀ ਕੰਤੜਾ, ਜਦੋਂ ਤੇਰੇ ਵਿੱਚੋਂ ਕੰਤ ਹੀ ਉੱਠ ਕੇ ਤੁਰ ਪਿਆ, ਸੱਚ ਸਭਨਾ ਕਾ ਖਸਮ ਹੈ ਉਹੀ ਨਾ ਰਿਹਾ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਿਹਨੇ ਪੁੱਛਣੀ ਬੰਦਿਆ। ਕਿਉਂਕਿ ਜਿੰਨਾ ਰਾਸ ਨਾ ਸੱਚ ਹੈ, ਜਿਨ੍ਹਾਂ ਕੋਲ ਰਾਸ ਹੀ ਹੈ ਨਹੀਂ ਸੱਚ ਦੀ, ਕਿਉਂ ਤਿੰਨਾ ਸੁੱਖ ਹੋਏ। ਕੋਈ ਬੰਦਾ ਕਾਰੋਬਾਰ ਸ਼ੁਰੂ ਕਰਨ ਲੱਗਾ ਹੋਵੇ ਨਾ, ਕੋਈ ਬਿਜ਼ਨਸ ਵਪਾਰ ਕਰਨ ਲੱਗਾ ਹੋਵੇ, ਕੋਈ ਪੁੱਤਰ ਧੀ ਦਾ ਵਿਆਹ ਕਰਨ ਲੱਗਾ ਹੋਵੇ, ਲੋਕ ਪੁੱਛਦੇ ਆ ਨਾ ਵੀ ਕੰਮ ਸ਼ੁਰੂ ਕਰ ਲਗਾ ਰਾਸ ਕਿੰਨੀ ਕਾ ਤੇਰੇ ਕੋ, ਜਾਨੀ ਕਿ ਤੂੰ ਕੰਮ ਸ਼ੁਰੂ ਕਰ ਲਗਾ ਰਾਸ ਕਿੰਨੀ ਕਾ। ਬੰਦਾ ਕਹਿੰਦਾ 2 ਹੈਗੀ ਆ, 4 ਲੱਖ ਹੈਗੀ ਆ, 50,000 ਹੈਗੀ, 2 ਲੱਖ ਹੈਗੀ। ਪੁੱਛਦੇ ਆ ਨਾ ਰਾਸ ਕਿੰਨੀ ਕਾ ਤੇਰੇ ਕੋ, ਰਾਸੀ ਕਿੰਨੀ ਕਾ। ਪਾਤਸ਼ਾਹ ਜੀ ਕਹਿੰਦੇ ਬੰਦਾ ਸੁਖੀ ਹੋਣਾ ਚਾਹੁੰਦਾ ਹੈ, ਰਾਸ ਤੇ ਤੇਰੇ ਕੋ ਹੈ ਕੋਈ ਨਹੀਂ। ਜਿੰਨਾ ਰਾਸ ਨਾ ਸੱਚ ਹੈ, ਜਿਨ੍ਹਾਂ ਕੋ ਸੱਚ ਰੂਪੀ ਰਾਸ ਹੈ ਹੀ ਨਹੀਂ, ਕਿਉਂ ਕੁਐਸਚਨ ਮਾਰਕ ਹੈ, ਕਿਉਂ ਤਿੰਨਾ ਸੁੱਖ ਹੋਏ। ਕਹਿੰਦੇ ਕਿਵੇਂ ਜ਼ਿੰਦਗੀ ਸੁੱਖ ਆਜੂ, ਰਾਸ ਤੇ ਸੱਚ ਦੀ ਹੈ ਕੋਈ ਨਹੀਂ। ਖੋਟੇ ਵਣਜ ਵਣਜੇ ਮਨ ਤਨ
ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉ ਦੂ ਘਣੋ ਨਿਤ ਰੋਏ। ਜਿਵੇਂ ਮਿਰਗ ਫਾਹੀ 'ਚ ਫਸਿਆ ਹੋਇਆ ਨਹੀਂ ਪਛਤਾਉਂਦਾ, ਬੰਦਾ ਵੀ ਆਪਣੇ ਖੋਟ ਦੀ ਫਾਹੀ ਚਾਪੇ ਫਸ ਕੇ ਮੁੜ ਕੇ ਪਛਤਾਉਂਦਾ। ਜਿਹੜੇ ਵੀ ਬੰਦੇ ਲੋਕ ਰੋਂਦੇ ਆ ਨਾ, ਉਹਨੂੰ ਦੁਖੀ ਕਿਸੇ ਹੋਰ ਨੇ ਥੋੜ੍ਹਾ ਕੀਤਾ, ਉਹ ਆਪਣੇ ਖੋਟ ਦੀ ਫਾਹੀ ਚਾਪੇ ਫਸ ਗਿਆ। ਤੋ ਇੱਥੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ, ਜਦੋਂ ਤੇਰੇ ਵਿੱਚੋਂ ਸੱਚ ਰੂਪੀ ਕੰਤੀ ਉੱਠ ਕੇ ਤੁਰ ਪਿਆ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ, ਤੈਨੂੰ ਕਿਹਨੇ ਬੁਲਾਉਣਾ ਹੈ। ਇਸ ਕਰਕੇ ਪੇਯੜੇ ਸਹਿ ਸੇਵ ਤੂੰ। ਹੁਣ ਲੜਕੀ ਦਾ ਪੇਕਾ ਘਰ ਹੁੰਦਾ ਨਾ, ਜਿਵੇਂ ਆਪਾਂ ਕਹਿੰਦੇ ਧੀਏ ਪੇਕੇ ਘਰ ਰੋਟੀ ਬਣਾਉਣੀ ਸਿੱਖ ਲਾ, ਸਬਜ਼ੀ ਬਣਾਉਣੀ ਸਿੱਖ ਲਾ, ਕੱਪੜੇ ਪ੍ਰੈਸ ਕਰਨੇ ਸਿੱਖ ਲਾ, ਕੱਪੜੇ ਧੋਣੇ ਸਿੱਖ ਲਾ, ਤਾਂ ਕਿ ਸਹੁਰੇ ਘਰ ਵਸਣਾ ਤੇਰਾ। ਬੋਲੋ ਮੇਰੀ ਉਹ ਭੈਣੋ, ਆਮ ਘਰਾਂ 'ਚ ਦਾਦੀਆਂ ਕਹਿੰਦੀਆਂ ਨੇ ਨਾ ਨੂੰਹ ਨੂੰ, ਇਹਨੂੰ ਸਿਖਾ ਦਿਓ ਕੁਝ ਤਾਂ ਕਿ ਸਹੁਰੇ ਘਰ ਵਸਣਾ ਇਹਦਾ ਸੌਖਾ ਹੋਵੇ। ਇਹ ਮੈਂ ਇਕੱਲਾ ਧੀ ਬਾਰੇ ਨਹੀਂ ਕਹਿੰਦਾ, ਪੁੱਤਾਂ ਬਾਰੇ ਵੀ ਕਹਿੰਦਾ। ਪੁੱਤਾਂ ਨੂੰ ਵੀ ਸਿਖਾਓ, ਉਹਨਾਂ ਨੂੰ ਨਿੱਕੇ ਨਿੱਕੇ ਆਪਣੇ ਹੱਥੀਂ ਕੰਮ ਘਰ ਦੇ ਕਰਨੇ ਆਉਣੇ ਚਾਹੀਦੇ ਹੈ। ਜਿਹੜਾ ਬੰਦਾ ਆਪਣੇ ਹੱਥੀਂ ਸਾਰੇ ਕੰਮ ਕਰਦਾ ਉਹ ਕਦੀ ਜ਼ਿੰਦਗੀ 'ਚ ਧੋਖਾ ਨਹੀਂ ਖਾ ਸਕਦਾ, ਉਹ ਤਰੱਕੀ ਕਰਦਾ। ਸਾਨੂੰ ਸਾਰੇ ਕੰਮ ਆਪਣੇ ਹੱਥੀਂ ਕੰਮ, ਜੇ ਬੀਬੀਆਂ ਬੰਦਿਆਂ ਨਾਲ ਪਸ਼ੂਆਂ ਨੂੰ ਪੱਠੇ ਪਵਾ ਸਕਦੀਆਂ ਤੇ ਬੰਦਿਆਂ ਦਾ ਵੀ ਫਰਜ਼ ਬਣਦਾ ਬਰਾਬਰ ਦੇ ਕੰਮ ਕਰਵਾਏ ਜਾ ਸਕਦੇ ਆ। ਵਿਦੇਸ਼ਾਂ ਵਿੱਚ ਉੱਥੇ ਕੋਈ ਫਰਕ ਨਹੀਂ। ਜੇ ਇੱਕ ਬੀਬੀ ਕਿਚਨ ਦੇ ਵਿੱਚ ਰਸੋਈ 'ਚ ਕੰਮ ਕਰਦੀ ਹੈ ਨਾ, ਤੇ ਬੰਦਾ ਉਹਦੇ ਨਾਲ ਭਾਂਡੇ ਵੀ ਧਵਾਉਂਦਾ। ਉੱਥੇ ਉੱਚਾ ਨੀਵਾਂ ਕੰਮ ਨਹੀਂ ਹੈਗਾ, ਉੱਥੇ ਸਾਰੇ ਬਰਾਬਰ ਵਾ। ਉੱਥੇ ਪਤਾ ਵਾ, ਅੱਗੇ ਹੁੰਦਾ ਸੀ ਕਿ ਬੰਦੇ ਨੇ ਬਾਹਰੋਂ ਕੰਮ ਕਰਕੇ ਆਉਣਾ, ਬੀਬੀ ਨੇ ਘਰ ਆਉਣਾ, ਉਹਨੇ ਕਹਿਣਾ ਜੀ ਤੂੰ ਤੇ ਘਰ ਬੈਠੀ ਆ, ਮੈਨੂੰ ਰੋਟੀ ਪਾਣੀ ਖਵਾ। ਉੱਥੇ ਪਤਾ ਵੀ ਇਹ ਵੀ 6-7 ਘੰਟੇ ਕੰਮ ਕਰਕੇ ਆਇਆ ਤੇ ਮੈਂ ਵੀ 6-7 ਘੰਟੇ ਕੰਮ ਕਰਕੇ, ਬੋਲੋ ਜੀ, ਆਈ ਹਾਂ। ਉੱਥੇ ਪਤਾ ਵੀ ਇੱਥੇ ਬਰਾਬਰ ਦਾ ਹੀ ਕੰਮ ਹੋਣਾ, ਵੀ ਜੇ ਇਹਨੇ ਚਾਹ ਬਣਾਈ ਹੈ ਤੇ ਭਾਂਡੇ ਧੋਣੇ। ਉਹ ਤਾਂ ਆਪਣਾ ਹੀ ਹੈ ਇੱਥੇ ਕੰਮ, ਵੀ ਕਿੱਥੋਂ ਆਇਆ ਜੀ, ਮੈਂ ਤਾਂ ਰੈਲੀ 'ਚੋਂ ਆਇਆ, ਲਿਆਓ ਗਰਮ ਪਾਣੀ ਕਰਾਓ, ਮੇਰੇ ਪੈਰ ਧਵਾਓ। ਉਹ ਬੋਲੋ ਗੁਰੂ ਕੇ ਪਿਆਰਿਓ, ਇਹੋ ਕੰਮ ਹੀ ਹੈ ਜੀ। ਮੈਂ ਤਾਂ ਰੈਲੀ 'ਚੋਂ ਆਇਆ, ਮੈਂ ਅਕਾਲੀਆਂ ਦੀ ਰੈਲੀ 'ਚੋਂ ਆਇਆ, ਮੈਂ ਝਾੜੂ ਵਾਲਿਆਂ ਦੀ ਰੈਲੀ 'ਚੋਂ ਆਇਆ, ਮੈਂ ਕਾਂਗਰਸ ਦੀ ਰੈਲੀ 'ਚੋਂ ਆਇਆ। ਮੈਂ ਤਾਂ ਤਿੰਨਾਂ ਦਾ ਨਾਂ ਲੈਤਾ ਵੀ ਜਿਹਦਾ ਛੱਡਤਾ ਕਿਤੇ ਇਹ ਨਾ ਕਿ ਮੈਂ ਫਲਾਣਿਆਂ ਦਾ ਬੰਦਾ। ਇਹੋ ਕੁਝ ਹੋ ਰਿਹਾ। ਅਸੀਂ ਰੈਲੀਆਂ 'ਚੋਂ ਆਣ ਕੇ ਵੀ ਆਸ ਲਾਉਂਦੇ ਹਾਂ ਵੀ ਸਾਡੇ ਟੱਬਰ ਸਾਡੇ ਪੈਰ ਧਵਾਉਣ। ਅਸੀਂ ਆਪਣੇ ਕੰਮ ਛੱਡ ਬੈਠੇ, ਅਸੀਂ ਆਪਣੇ ਹੱਥੀਂ ਮਿਹਨਤ ਕਰਨੀ ਛੱਡ ਬੈਠੇ, ਅਸੀਂ ਮਜ਼ਦੂਰੀ ਛੱਡ ਬੈਠੇ, ਕੰਮ ਕਰਨ ਦੇ ਤਰੀਕੇ ਛੱਡ ਬੈਠੇ। ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਸਾਰਿਆਂ ਵਾਸਤੇ ਕਿ ਕਿਉਂ ਹੋ ਰਿਹਾ ਐਸਾ, ਕਿ ਇੱਥੇ ਹਰ ਸਰਕਾਰਾਂ ਨਵੀਆਂ ਤੋਂ ਨਵੀਆਂ ਆਉਂਦੀਆਂ ਨੇ, ਅਸੀਂ ਰੁਜ਼ਗਾਰ ਨਹੀਂ ਪੈਦਾ ਕਰ ਸਕੇ। ਕਿਉਂ ਹਰ ਗੁਰਦੁਆਰੇ ਵਿੱਚ ਰੋਜ਼ ਇਹ ਅਰਦਾਸ ਹੋ ਰਹੀ ਹੈ ਕਿ ਮੇਰਾ ਪੁੱਤ ਦਵਾ ਦਵਾ ਇੱਥੋਂ ਬਾਹਰ ਚਲਾ ਜਾਏ। ਕਦੀ ਸੋਚ ਕੇ ਵੇਖੇ ਜਿੰਨੇ ਆਪਾਂ ਸਾਰੇ ਬੈਠੇ ਹਾਂ, ਅੱਜ ਪੰਜਾਬ ਦੇ ਗੁਰਦੁਆਰਿਆਂ ਵਿੱਚ ਪੰਜਾਬ ਦੇ ਉਜਾੜੇ ਦੀਆਂ ਅਰਦਾਸਾਂ ਹੋ ਰਹੀਆਂ ਨੇ ਕਿ ਮੇਰਾ ਪੁੱਤ, ਮੇਰੀ ਧੀ, ਮੇਰਾ ਪਰਿਵਾਰ ਦਵਾ ਦਵਾ ਵਿਦੇਸ਼ ਚਲਾ ਜਾਏ। ਨਹੀਂ ਹੋ ਰਹੀਆਂ ਤਾਂ ਦੱਸ ਦਿਓ। ਕਦੀ ਸੋਚ ਕੇ ਵੇਖਿਆ? ਕਦੀ ਲੀਡਰਸ਼ਿਪ ਨੂੰ ਇਹ ਸਵਾਲ ਕੀਤਾ ਵੀ ਇੱਥੇ ਰੁਜ਼ਗਾਰ ਪੈਦਾ ਕਰਕੇ ਦਿਓ, ਇੱਥੇ ਸਾਡੇ ਕੰਮ ਕਿਉਂ? ਲੋਕ ਭੈ ਪੀਤ ਨੇ, ਡਰ ਬੈਠਾ ਹੋਇਆ ਅੰਦਰ, ਸੇਫ ਨਹੀਂ ਆ। ਉੱਥੇ ਬੰਦਾ 2000 ਬੈਂਕ 'ਚੋਂ ਪੈਸੇ ਕਢਾਉਂਦਾ, ਡਰ ਹੈ ਪਤਾ ਨਹੀਂ ਘਰ ਪਹੁੰਚਣ ਤੱਕ ਕਿਸੇ ਨੇ ਮੇਰੇ ਕੋਲੋਂ ਖੋਹ ਨਹੀਂ ਲੈਣੇ। ਆ ਨੁਕਸਾਨ ਹੋ ਰਿਹਾ ਹੈ। ਸੋਚ ਬਦਲਣ ਦੀ ਲੋੜ ਹੈ, ਵਿਚਾਰ ਬਦਲਣ ਦੀ ਲੋੜ ਹੈ, ਖਿਆਲ ਬਦਲਣ ਦੀ ਲੋੜ ਆ। ਸਾਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਆ, ਆਪਣੇ ਘਰ ਦੀ ਖੁਦ ਆਪ ਰਾਖੀ ਕਰਨ ਦੀ ਲੋੜ ਆ। ਸਾਨੂੰ ਗੁਰਦੇਵ ਨੇ ਹਵਾਲੇ ਦੇ ਕੇ ਸਮਝਾਇਆ, ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪੇਯੜੇ ਸਹਿ ਸੇਵ ਤੂੰ। ਜਿਵੇਂ ਲੜਕੀ ਪੇਕੇ ਘਰ ਗੁਣ ਸਿੱਖਦੀ, ਉਹਨੂੰ ਸਹੁਰੇ ਘਰ ਵਸਣਾ ਸੌਖਾ ਹੁੰਦਾ ਹੈ। ਸਾਡਾ ਸਮਾਜ ਦਾ ਪੇਕਾ ਘਰ ਕਿਹੜਾ ਹੈ? ਜੇ ਸਾਡੇ ਕੋਲ ਅਸੀਂ ਸਮਾਜ ਵਿੱਚ ਵਧੀਆ ਚਾਹੁੰਦੇ ਹਾਂ, ਸਾਨੂੰ ਆਪਣਾ ਅੱਜ ਸਵਾਰਨਾ ਪੈਣਾ ਤਾਂ ਕਿ ਸਾਡਾ ਕੱਲ੍ਹ, ਜਿਵੇਂ ਅਸੀਂ ਆਪਣੇ ਪੁੱਤਰਾਂ ਨੂੰ ਨਹੀਂ ਕਹਿੰਦੇ ਪੁੱਤ ਪੜ੍ਹ ਲਾ, ਆਉਣ ਵਾਲੇ ਸਮੇਂ 'ਚ ਤੇਰੀ ਪੜ੍ਹਾਈ ਕੰਮ ਆਏਗੀ। ਜਿੱਦਾਂ ਧੀਆਂ ਨੂੰ ਸਮਝਾਉਣੇ, ਧੀਏ ਗੁਣ ਸਿੱਖ ਲਾ, ਤੈਨੂੰ ਸਹੁਰੇ ਘਰ ਵਸਣਾ ਸੌਖਾ ਹੋ ਜਾਏਗਾ। ਪੇਯੜੇ ਸਹਿ ਸੇਵ ਤੂੰ। ਹਜ਼ੂਰ ਕਹਿੰਦੇ ਸਹੁਰੜੈ ਸੁਖ ਵਸ ਗੁਰ ਮਿਲ। ਚੱਜ ਅਚਾਰ ਸਿੱਖ, ਆਪਣੇ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਚੱਜ ਅਚਾਰ ਸਿੱਖ ਲਾ, ਗੁਣ ਸਿੱਖ ਲਾ, ਤੇਰੇ ਪੱਲੇ ਗੁਣ ਵੱਜ। ਗੁਰ ਮਿਲ। ਅਸੀਂ ਆਪਣੇ ਗੁਰੂ ਨੂੰ ਕਿਉਂ ਮਿਲਣਾ ਜੀ? ਮੈਂ ਚੱਜ ਸਿੱਖਣਾ, ਮੈਂ ਅਚਾਰ ਸਿੱਖਣਾ। ਟੀਚਰ ਕੋਲ ਕਿਉਂ ਬੱਚਾ ਜਾਂਦਾ? ਸਿੱਖਣ ਵਾਸਤੇ, ਕਿ ਇਹਨੂੰ ਕੋਈ ਚੰਗੇ ਗੁਣ ਸਿਖਾ ਸਕੇ। ਵੈਸੇ ਪਹਿਲਾ ਟੀਚਰ ਮਾਂ ਹੈ ਬੱਚੇ ਦਾ। ਜੋ ਮਾਂ ਨੇ ਸਿਖਾ ਦੇਣਾ ਹੈ, ਜੋ ਪਿਤਾ ਨੇ ਸਿਖਾ ਦੇਣਾ ਹੈ, ਉਹ ਬਾਹਰੋਂ ਤਾਂ ਸਿੱਖਣਾ ਹੀ ਹੈ, ਪਰ ਪਹਿਲਾ ਗੁਰ ਜਿਹੜਾ ਉਹ ਮਾਂ ਬਾਪ ਦੇ ਕੋਲੋਂ ਬੱਚੇ ਨੇ ਸਿੱਖਣਾ ਹੈ। ਜਿੰਨਾ ਸਮਾਂ ਅੱਜ ਕੱਲ੍ਹ ਤਾਂ
जमाना बदल गया। तिफल में बुआए क्या माँ बाप के किरदार की, दूध तो डिब्बे का तलीम है सरकार की। पहला मावां दुध पिआउंदियां हुंदियां सी, हुण तां दुध डब्बे दा बच्चे नूं, गां दा जां मੱਝ दा। स्कूलों ने सिक्ख्या दे दी, माँ बाप बच्चे के जीवन च लभदे कित्थे आ? अज टावां माँ बाप है जिहदे जीवन जिहड़े बच्चों के जीवन विचों माँ बाप लभदे आ। जे पुराणियां मावां ने बच्चों नूं टाइम दिता तो बच्चों ने भी मावां नूं टाइम दिता। जे अजोकी माँ कोल बच्चे लिए टाइम है नहीं ना, तो बच्चा वड्डा के आंदा माँ तेरे कोल मेरे लिए टाइम है नहीं सी। अज मेरे को वक्त कित्थों लभदियां? अज एक बन्ने तो असीं कहने रब्बा औलाद दे, औलाद होने तो बाद भी अज बंदा कल्ला क्यों है? कभी सोच के वेख्या? कभी जिंदगी के जोड़ घटाओ करके वेखे ने कि जिहड़ा वक्त बच्चे अंदर एक कैमिकल बनता, जो बच्चा घरों स्कूलों पढ़ के आता है ना, विदेशों च मैं तो उत्थे वेख के आया, जो बच्चा पढ़ के आता जे उन्होंने घर माँ ना दसे, जिहड़ा उहदे अंदर कैमिकल बनता है ना, जिंदगी च मुड़ के वो जगह नहीं भर पाउंदी। वो जगह और रिस्पैक्ट, वो जी इज्जत जिहड़ा माँ ने अपने हत्थी खाना बना के देना है, जिहड़ा अपने हत्थी माँ ने बच्चे नूं देखभाल करनी है, उन्होंने सामना, उन्होंने सवारना है, जिहड़ा वो समा वा बच्चे ने माँ ने बच्चे नाल गुजारना, वो निकल गया, अलोप हो गया। जे पुराने समय में गुण सी, अज हौली हौली चीज़ां साडे समाज विचों निकल गईयां। इत्थे भी आ, आपां विदेशां दी गल छड्डीए, निक्के निक्के बच्चों के हत्थ विच मोबाइल आ, उन्होंने गेम खेडण लई लाया वा, बच्चा चिड़चिड़ा हो रहा, सुभाव दा खिजिया पिया, कलपिया पिया। अज सहनशीलता की कमी है, जो बैठ के विचार करने सी, किसी नाल गलबात करनी सी, निकल गई साडे समाज विचों। हुण हजूर समझाउंदे ने गुर मिल, गुरु नूं मिल के चज अचार सिख, तुद कदे ना लगे दुख मारे, कदे तू दुखी होना ही नहीं। जदों तू अपने गुरु नूं मिल के चंगियां गल्लां सिखेगा, चंगियां गल्लां तेरे जीवन च आउणगियां, दुख तेरे जीवन चों अपने आप निकल जाने ने। तू चंगी गल पढ़ नहीं छड्ड दित्ती, चंगी गल सुन नहीं छड्ड दित्ती, चंगी गल विचार नहीं छड्ड दित्ती, तू चंगियां गल्लां अपने जीवन चों छड्ड बैठा। जिद्दां साडे शरीर की खुराक हुंदी है, जिम जाण वाले बंदे जिद्दां कहंदे इन्ना प्रोटीन खाना, मैं आह चीज़ खानी है, इदां साडे मन की खुराक भी है। मन ने की वेखना है, की सुनना है। हुण तुसीं इत्थे गुरुद्वारा साहिब बैठे हो, तुहाडे मन के विचार इत्थे होर ने, जो मैं कोई अखबार पढ़दा, कोई न्यूज़ पढ़दा, जो मैं कोई मूवी वेखदा, उदों मेरे मन के विचार होर ने। कबीर मन पंखी पयो उड उड दै दिश जाए। आ जिहड़े नशे करदे ने, कदी नोट करके वेखियो, जदों तक उन्हां दी संगत नहीं बदलदी, वातावरण नहीं बदलता, उदों तक बंदा नशे नूं कदी अपनी जिंदगी चों त्याग नहीं सकदा। उदों छड्डेगा जदों दा चुगरदा साफ होएगा। क्योंकि मेरे माधो जी, सत संगत मिले सो तरिया, सत दी संगत मिलेगा ही तो मन मजबूत हुंदा। अज संगत वेखो ना, किसे भी तुसीं अपने बच्चे नूं वेखना चाहुंदे हो, वो किन्ना नाल खेडदा है, किन्ना नाल रहिंदा है, उहदा उठना बैठना किन्ना नाल है, उहदी सोसाइटी की आ, ये नोट करो ना तुसीं। जिद्दां दे बंदियां नाल बैठेगा तुहानूं समझ आ जानी है मेरे बच्चे की सोच भी उदां दी हो रही है। जे चंगियां को बैठा तो चंगा, फिर भावें रात नूं 12 वजे भी पोता आवे ना, माँ नूं डर नहीं हुंदा। पता क्यों? माँ बाप नूं पता हुंदा जिन्हां कोल बैठा वो बंदे माड़े नहीं हैगे। जो माड़ियां को बैठा है फिर टेंशन है। आओ अपनी सोच बदलीए। हजूर कहते ने पेजड़े सह सेव तू सौरड़े सुख वस, गुर मिल चज अचार सिख, तुद कदे ना लगे दुख। ते अखीर ते कहते सबना सौरे वंजना। जिवें अजे समाज में हर लड़की जां हर व्यक्ति विआह थोड़ा जाता है। बहुत लोग ने जिहड़े जिंदगी विआह नहीं कराउंदे, बहुत लड़कियां ने ऐसियां जिन्हां जिंदगी कमिटमेंट की हुंदी भी मैं कभी विआह नहीं कराउणा। कई नौजवान परिवारां च बंदे ऐसे हुंदे जिहड़े कहंदे सी विआह नहीं कराउणा, पर इत्थे शब्द वरतिया सबना सौरे वंजना। इत्थे गल दुनियावी आनंदकारी दी नहीं हो रही, इत्थे गल हो रही आ सारे ही इस सच रूपी कंत नाल विआहे जा सकदे ने। सारे ही औरतां जीव इस्त्रियां जिहड़ियां असीं सारियां जीव इस्त्रियां असीं सुहागणा बन सकदियां ने। सबना सौरे वंजना सब मुकलावण हार, असीं सारे ही सच नाल जुड़ सकते हैं। नानक धन सुहागणी, हे नानक आख वो सुहागणा धन ने जिन शह नाल प्यार, जिन्हां दा शह नाल प्यार है, जिहड़ियां मालक नाल रंगियां होईयां ने, जिन्हां ने अपनी जिंदगी विच चंगे गुण धारण कीते ने, चंगी विचार जिंदगी विच लैके आंदी है। सारियां दा धन्नवाद। भाई भाग सिंह जी, उन्हां दा समुच्चा परिवार, माता नछत्र कौर जी, जिन्हां दा समुच्चा परिवार रल के एक बहाना हुंदा साध संगत जी, जिहदे बहाने आपां सारे जुड़ के बैठे। जाना सारिਆਂ ने आ, इत्थे रहना किसी ने नहीं। ये फसल वा कच्ची वड्डी जा सकती है, कणक आपां बीजदे आ,
कई बारी सुक्का मुक जाए तो पहला भी कणक वढ़ लईदी है, पक्की भी वड्डी जा सकती है। जाना सारिਆਂ ने, कोई अज चल जाए कोई कल चला जाए। तां बाणी च आखिया सी ना, कबीर ये तन जाएगा, ये तन ने चले जाना। सको तन लिहो हैगी ताकत आ रो के विखाओ, नांगे पावों ते गए जिनके लाख करोड़, जिन्हां दे लखां करोड़ां तिजोरियां च पए सी ना, वो भी नंगे पैरी जाते, वो भी नाल कुछ नहीं लैके जाते। फिर महाराज करिए की, कहते कबीर ये तन जाएगा कमने मार्ग लाए, ये कोलों चंगे काम लै लो, इनू चंगे कामां ते ला लो, ये राही चंगे काम कर लो, शरीर नहीं रहूगा पर ये द्वारा किते काम बोलणगे। नांगे पाँव ते गए जिनके लाख करोड़, कबीर ये तन जाएगा कमने मार्ग लाए, कह संगत कर साध की, कह हर कै गुण गाए। आओ असी गुरु साधु की संगत कर रहे हैं अपने घरां च। भैणों जिन्ना समा मिले सहज पाठ, भावें एक अंक रोज़ पढ़ो, अद्धा पढ़ो, जिन्ना समा तुहाडे कोल बच्चों नूं गुजारन लई मिलदा, कोई चंगी मत दिओ, चंगी शिक्षा दिओ। पता नहीं तुहाडे एक वेले दी दित्ती शिक्षा जिंदगी के किहड़े पड़ाव च उन्हां दे काम आ जानी है। एक बार दित्ती हुई वो सिक्ख्या, एक बार बोले हुए तुहाडे वल्लों बोल, पता नहीं कित्थे जिंदगी च साडे बच्चों के काम आ जानी। फिर चेता आउंदा बच्चे नूं, मेरी माँ मेरा बापू मैनूं आह गल कहंदा हुंदा सी, ते जिन्ना कदी कह के नहीं वेखी, उत्थे फिर बच्चे की कहणगे भी कदी साडे माँ बाप ने साडे लागे चंगी गल कीती नहीं। करके वेखीए, हो सकदा साडे वल्लों बोलिया होया कोई चंगा बोल, कोई कही हुई चंगी गल जां कीता होया चंगा काम जिंदगी च असर विखा देवे। सारिਆਂ ਦਾ धन्नवाद। तुसीं जिन्ने भी रिश्तेदार साख संबंधी दोस्त मित्र इलाका निवासी अज के सारे समागम हाज़र होए हो, गुरु बख्शिश करे। अपने घरां विच वड्डियां दी रिस्पैक्ट करिए, प्यार नाल रहना सीखीए। ये सब तो वड्डी जायदाद है साडी, जिथे असीं मगरों देसी घ्यो दे लंगर लाने, मगरों बहुत कुछ करना, ये विखावा है। मेन है असीं समाज विच रह के अपने वड वडेरियां दा सत्कार करना, रिस्पैक्ट करनी है। जिउंदे जी अपने हत्थी कदी माँ नूं सूट बना के दिओ, अपने बजुर्ग नूं कहो बापू आ वेख जिद्दां दी मेरी वास्कट है, मैं भी चाहुंदा मेरा दादा मेरा पिता भी उहो जे कपड़े पावे। रल के जे इदां समाज में रहना शुरू करांगे तो समाज साडा बहुत खूबसूरत बन सकदा। सारिਆਂ ਦਾ धन्नवाद, शुकराना मालक दा। अदब सत्कार नाल फतेह बुलाओ। सारे गज के आखो जी वाहिगुरू जी का खालसा वाहिगुरू जी की फतेह।